ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਅੱਜ ਦਾ ਦਿਨ ਬਹੁਤ ਹੀ ਵਧੀਆ ਚੜਿਆ ਹੈ ਕਿਉਂਕਿ ਅੱਜ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਫਰਾਈਡੇ ਨੂੰ ਜਿਹੜੀ ਹੈ ਸਾਰੀ ਡਿਟੇਲ ਪਤਾ ਲੱਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਵੇਂ ਕਿ ਜਿਹੜੇ ਟੈਂਪਰੇਰੀ ਵਰਕਰ ਇੱਥੇ ਆਏ ਹੋਏ ਨੇ ਉਹਨਾਂ ਦੇ ਪੱਕੇ ਹੋਣ ਦੀ ਜਿਵੇਂ ਹੀ ਕੱਲ ਜਾਣਕਾਰੀ ਮਿਲੀ ਤਾਂ ਸਾਰੇ ਕਿਤੇ ਕਾਫੀ ਲੋਕ ਖੁਸ਼ ਦਿਖਾਈ ਦਿੱਤੇ, ਖਾਸ ਕਰਕੇ ਉਹ ਟੈਂਪਰੇਰੀ ਵਰਕਰ ਜਿਹੜੇ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ। ਸੋ ਮੋਸ਼ਨ M44 ਜਿਹੜਾ ਸੀਗਾ ਉਹ ਲਿਆਂਦਾ ਜਾ ਰਿਹਾ ਸੀ ਤੇ ਉਹ ਬਿੱਲ ਜਦੋਂ ਪਾਸ ਹੋ ਗਿਆ ਕੱਲ, ਰਣਦੀਪ ਸਰਾਏ ਦੇ ਵੱਲੋਂ ਕਾਫੀ ਜਦੋਜਹਿਦ ਜਿਹੜੀ ਹੈ ਇਸ ਬਿੱਲ ਦੇ ਲਈ ਕੀਤੀ ਜਾ ਰਹੀ ਸੀਗੀ। ਸੋ ਸਾਰਿਆਂ ਦੇ ਲਈ ਜਿਹੜੀ ਹੈ ਇੱਕ ਵੱਡੀ ਖबर ਮੰਨੀ ਜਾ ਰਹੀ ਹੈ। ਕੈਟਾਗਰੀਜ਼ ਕਿਹੜੀਆਂ शामिल ਹੋਣਗੀਆਂ, ਕੌਣ ਪੱਕੇ ਹੋਣ ਜਾ ਰਿਹਾ, ਕਿੰਨਾ ਸਮਾਂ ਲੱਗੇਗਾ, ਕੀ ਉਹਦਾ ਪ੍ਰੋਸੈਸ ਹੋਏਗਾ, ਪੁਆਇੰਟਸ ਲੈਵਲ ਕੀ ਹੋਏਗਾ, ਸਾਰੇ ਟੌਪਿਕ ਦੇ ਉੱਤੇ ਅਸੀਂ ਅੱਜ ਗੱਲ ਕਰਾਂਗੇ। ਐਮਪੀ ਰਣਦੀਪ ਸਰਾਏ ਜੀ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ। ਜਿਹੜੇ ਮੈਂ ਦਰਸ਼ਕ ਨੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਉਹ ਪਲੀਜ਼ ਨਾਲ ਜੁੜਿਓ, ਪਰ ਸ਼ਾਇਦ ਅੱਜ ਮੈਂ ਕਾਲਸ ਜਿਹੜੀਆਂ ਬਹੁਤ ਘੱਟ ਲੈ ਸਕਾਂ ਕਿਉਂਕਿ ਰਣਦੀਪ ਸਰਾਏ ਜੀ ਕੋਲ ਬਹੁਤ ਘੱਟ ਸਮਾਂ ਹੈ। ਉਹਨੇ ਵਿੱਚ ਆਪਾਂ ਇਹ ਕੋਸ਼ਿਸ਼ ਕਰਾਂਗੇ ਵੀ ਜਿਹੜੀ ਇਨਫੋਰਮੇਸ਼ਨ ਹੈ ਆਪਾਂ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਕੋਲੋਂ ਲੈ ਸਕੀਏ, ਕੋਈ ਕਨਫਿਊਜ਼ਨ ਵਿੱਚ ਨਾ ਰਹੇ। ਸੋ ਧਿਆਨ ਦੇ ਨਾਲ ਸੁਣਿਓ ਕਿਹੜੀ ਕੈਟਾਗਰੀ ਦੇ ਲਈ ਕੀ ਅਨਾਉਂਸਮੈਂਟ ਹੋਈਆਂ ਔਰ ਇਹ ਮੋਸ਼ਨ ਜਿਹੜਾ ਹੈ ਇਹ ਜਿਹੜਾ ਬਿੱਲ ਪਾਸ ਹੋ ਗਿਆ ਉਹਦੇ ਵਿੱਚ ਕਿਹਨੂੰ ਕਿਸ ਤਰ੍ਹਾਂ ਦੇ ਜਿਹੜੇ ਬੈਨੀਫਿਟਸ ਹੋਣ ਜਾ ਰਹੇ ਨੇ। ਰਣਦੀਪ ਸਰਾਏ ਜੀ ਬਹੁਤ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ। ਥੈਂਕ ਯੂ ਐਂਡ ਗੁੱਡ ਮਾਰਨਿੰਗ ਤੁਹਾਡੇ ਸਾਰੇ ਟੀਮ ਤੇ ਸਰੋਤਿਆਂ ਨੂੰ। ਬਿਲਕੁਲ ਰਣਦੀਪ ਜੀ, ਕੰਗ੍ਰੈਚੁਲੇਸ਼ਨਸ। ਮਤਲਬ ਇਹ ਉਹ ਖਬਰ ਕਹਿ ਸਕਦੇ ਹਾਂ ਜਿਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਸਾਰਾ ਤੁਹਾਡੇ ਸਿਰ ਬੰਨਿਆ ਗਿਆ ਵੀ ਜਿਹੜਾ ਟੈਂਪਰੇਰੀ ਵਰਕਰਸ ਨੇ ਉਹ ਸਾਰੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ। ਇਹ ਜਿਹੜਾ ਬਿੱਲ ਹੈਗਾ, ਜਿਹੜਾ ਮੋਸ਼ਨ ਹੈ M44, ਇਹਦੇ ਵਿੱਚ ਕੀ ਹੈ, ਇੱਕ ਵਾਰੀ ਇਹਦੇ ਬਾਰੇ ਸਾਨੂੰ ਸਾਰਾ ਸਮਝਾ ਦਿਓ। ਸ਼ੋਰ। ਸੋ ਜਿਹੜਾ M44 ਹੈਗਾ ਇਹ ਬਿੱਲ ਦੇ ਵਿੱਚ ਇਹਦਾ ਪਰਪਸ ਇਹ ਹੈਗਾ ਕਿ ਜਿਹੜੇ ਟੈਂਪਰੇਰੀ ਫੋਰਨ ਵਰਕਰ ਆਉਂਦੇ ਕੈਨੇਡਾ ਦੇ ਵਿੱਚ ਉਹਨਾਂ ਤੇ ਤਕਰੀਬਨ ਅੱਧੇ ਜਿਹੜੇ ਆ ਉਹ PR ਹੋਣ ਦੇ ਉਹਨਾਂ ਦੇ ਸਾਧਨ ਹੈਗੇ ਆ, ਖਾਸ ਕਰਕੇ ਜਿਹੜੇ ਹਾਈਲੀ ਸਕਿਲਡ ਆ, ਜਿਨ੍ਹਾਂ ਦੇ ਆਈਲੈਟਸ ਸਕੋਰ ਵੱਧ ਆ। ਪਰ ਜਿਹੜੇ ਲੋਅਰ ਸਕਿਲ ਦੇ ਵਿੱਚ ਆ ਜਾਂਦੇ ਆ, ਪਰ ਸਰ ਕੈਨੇਡਾ ਵਾਸਤੇ ਐਸੈਂਸ਼ੀਅਲ ਅਸੀਂ ਐਵੇਂ ਕਹਿ ਦਈਏ, ਗੱਲ ਸ਼ਬਦ ਆ ਲੋ ਸਕਿਲ ਕਹਿਣਾ, ਪਰ ਉਹ ਟ੍ਰੇਡਸ ਜਾਂ ਟਰਾਂਸਪੋਰਟੇਸ਼ਨ ਜਾਂ ਪ੍ਰੋਡਿਊਸ ਵਰਕਰ ਆ ਉਹਨਾਂ ਨੂੰ ਨਹੀਂ ਸੀਗਾ, ਰਾਹ ਨਹੀਂ ਸੀ ਉਹ 2 ਸਾਲ 4 ਸਾਲ 6 ਸਾਲ ਉਹਨਾਂ ਨੂੰ ਪੱਕੇ ਹੋਣ ਦਾ ਕੋਈ ਹੈ ਨਹੀਂਗਾ। ਉਹ ਟੈਂਪਰੇਰੀ ਹਰ 2 ਸਾਲ ਲੈ ਕੇ ਪਰਮਿਟ ਲਈ ਜਾਂਦੇ ਸੀਗੇ, ਉਹਨਾਂ ਵਾਸਤੇ ਕੋਈ ਐਵਨਿਊ ਨਹੀਂ ਸੀਗੀ। ਉਹ ਐਵਨਿਊ ਖੋਲ੍ਹਣ ਲਈ ਮੋਸ਼ਨ 44 ਕੀਤਾ ਕਿਉਂਕਿ ਅਸੀਂ ਲਾਸਟ ਈਅਰ ਟੈਸਟ ਕਾਫੀ ਕੀਤੇ ਪ੍ਰੋਗਰਾਮ ਜਿਹਦੇ ਵਿੱਚ TR to PR, ਐਗਰ ਪ੍ਰੋਡਿਊਸ ਸੈਕਟਰ ਵਾਲਾ, ਐਟਲਾਂਟਿਕ ਕੈਨੇਡਾ ਪਾਇਲਟ ਪ੍ਰੋਜੈਕਟ ਇੱਦਾਂ ਦੇ ਕੀਤੇ ਜਿਸ 'ਚ ਅਸੀਂ ਦੇਖਿਆ ਕਿ ਅਸੀਂ ਇਹ ਜਿਹੜੇ ਲੋਅਰ ਸਕਿਲ ਪਰ ਵੈਰੀ ਅਸੈਂਸ਼ੀਅਲ ਵਰਕਰ ਹੈਗੇ ਆ ਇਹਨਾਂ ਨੂੰ ਸਾਨੂੰ ਰੱਖਣਾ ਚਾਹੀਦਾ, ਸਾਨੂੰ ਪੱਕੇ ਕਰਨਾ ਚਾਹੀਦਾ। ਔਰ ਕੈਨੇਡਾ ਦਾ ਜਿਹੜੀ ਫਿਲਾਸਫੀ ਆ ਉਹ ਇਹ ਨਹੀਂ ਹੈਗੀ ਕਿ ਟੈਂਪਰੇਰੀ ਰੱਖਣ ਦੀ। ਫਿਲਾਸਫੀ ਸਾਡੀ ਕੈਨੇਡਾ ਦੀ ਹਮੇਸ਼ਾ ਇਹੀ ਹੈ ਕਿ ਨੇਸ਼ਨ ਬਿਲਡਿੰਗ ਇਮੀਗ੍ਰੇਸ਼ਨ ਕਰੋ, ਉਹਨਾਂ ਨੂੰ ਪਰਿਵਾਰ ਵੀ ਲਿਆਓ, ਅਲਾਓ ਕਰੋ, ਉਹਨਾਂ ਨੂੰ ਪੱਕੇ ਕਰੋ ਇੱਥੇ ਤਾਂ ਉਹ ਕੈਨੇਡਾ ਨੂੰ ਕੰਟਰੀਬਿਊਟ ਕਰੋ। ਔਰ ਕੈਨੇਡਾ ਬਣਿਆ ਹੀ ਇੱਦਾਂ ਹੀ ਆ। ਪਹਿਲਾਂ ਯੂਕਰੇਨੀਅਨ, ਈਸਟਰਨ ਯੂਰਪੀਅਨ ਫਾਰਮਰ ਆਏ ਸੀਗੇ, ਇੰਡੀਅਨਸ ਆਏ ਸੀਗੇ, ਇੱਥੇ ਕੋਈ ਰੇਲਵੇ ਬਣਾਉਣ ਆਇਆ, ਕੋਈ ਫੋਰੈਸਟਰੀ ਸੈਕਟਰ। ਸੋ ਅਸੀਂ ਇਸ ਗੱਲ ਦੀ ਬੜੀ ਮਾਨਤਾ ਰੱਖਦੇ ਹਾਂ ਕਿ ਸਾਰੇ ਕਿਸਮ ਦੇ ਲੋਕ ਕੈਨੇਡਾ 'ਚ ਹੋਣੇ ਚਾਹੀਦੇ। ਸੋ ਜਿਹੜਾ ਬਿੱਲ M44 ਆ ਇਹ ਮੋਸ਼ਨ ਦੇ ਨਾਲ ਗਵਰਨਮੈਂਟ ਨੂੰ ਆਰਡਰ ਇੱਕ ਮਿਲਿਆ ਜਿਹਦੇ ਵਿੱਚ ਮਿਨਿਸਟਰ ਨੂੰ ਹੁਣ 4 ਮਹੀਨੇ ਹੈਗੇ ਰਿਸਪੌਂਸ ਦੇਣ ਨੂੰ। ਸੋ 120 ਦਿਨ ਦੇ ਵਿੱਚ ਉਹ ਰਿਸਪੌਂਸ ਦੇ ਵਿੱਚ ਦੱਸਣਗੇ ਕਿਹੜੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਰਾਹ ਦੇ ਦਿੱਤੇ ਆ। ਰਾਹ ਦੇ ਵਿੱਚ ਸਰਬਸੰਮਤੀ ਨਾਲ ਉਹਨੇ ਆਪ ਵੀ ਇਹਦੀ ਵੋਟ ਪਾਈ ਆ, ਮਿਨਿਸਟਰ ਨੇ, ਪ੍ਰਾਈਮ ਮਿਨਿਸਟਰ ਨੇ, ਸਾਰਿਆਂ ਨੇ ਇਹਦੀ ਸਪੋਰਟ ਕੀਤੀ, ਸਾਰੇ ਪਾਰਟੀਆਂ ਨੇ ਕੀਤੀ ਆ ਕਿ ਉਹ ਹੁਣ ਪੈਥਵੇਜ਼ ਟੂ ਪਰਮਾਨੈਂਟ ਰੈਜ਼ੀਡੈਂਸੀ ਹਰ ਇੱਕ ਕੈਟਾਗਰੀ ਦੀ ਕਰਨ। ਉਹਲੇ ਮੈਂ ਸਾਰਿਆਂ ਨੂੰ ਦੱਸੂਗਾ ਕਿ ਪੇਸ਼ੈਂਸ ਥੋੜ੍ਹਾ ਰੱਖਿਓ ਕਿਉਂਕਿ ਉਹਨੀ ਰਾਹ ਖੋਲ੍ਹਣੇ, ਉਹ ਰਾਹ ਦੇ ਟਾਈਮ ਜ਼ਰੂਰ ਲੱਗੂਗਾ ਕਿਉਂਕਿ ਜਿਹੜਾ ਬੈਕਲੌਗ ਲੋਕਾਂ ਦਾ ਆਏ ਹੈਗੇ ਆ ਉਹਨੀ ਵੀ ਵਿੱਚ ਸ਼ਾਮਲ ਹੋਣਾ। ਪਰ ਇਹ ਲੌਂਗ ਟਰਮ ਫਿਕਸ ਆ। ਸੋ ਇਹ ਪੱਕੇ ਤੌਰ 'ਤੇ ਫਿਊਚਰ ਵਾਸਤੇ ਵੀ ਆਉਣ ਵਾਲੇ ਜਿਹੜੇ ਟੈਂਪਰੇਰੀ ਫੋਰਨ ਵਰਕਰ ਉਹ ਵੀ ਇਹਦੇ ਵਿੱਚ ਸ਼ਾਮਲ ਹੋਣਗੇ। ਇਹ ਵਨ ਟਾਈਮ ਨਹੀਂ ਕਿ ਇੱਕ ਵਾਰੀ ਇਹਨਾਂ ਨੂੰ ਪੱਕੇ ਕਰਨਾ, ਇਹ ਪੱਕਾ ਹੀ ਇੱਕ ਰੂਟ ਬਣਾਉਣਾ। ਸੋ ਉਹਦੇ ਵਿੱਚ ਕੀ ਹੋਊਗਾ ਕਿ ਤੁਹਾਡੇ ਕੈਨੇਡੀਅਨ ਐਕਸਪੀਰੀਅੰਸ ਜਿਹੜਾ, ਫੋਰ ਐਗਜ਼ਾਮਪਲ ਜੇ ਤੁਸੀਂ 4 ਸਾਲ ਕੈਨੇਡਾ ਦੇ ਵਿੱਚ ਆਲਰੇਡੀ ਟੈਂਪਰੇਰੀ ਫੋਰਨ ਵਰਕਰ, ਉਹਦੇ ਤੁਹਾਨੂੰ ਵੱਧ ਪੁਆਇੰਟ ਮਿਲੂਗੇ। ਜੇ ਤੁਹਾਨੂੰ ਦੂਸਰੇ ਪਾਸੋਂ ਸਕਿੱਲ ਦੇ ਵਿੱਚੋਂ ਜਾਂ ਐਜੂਕੇਸ਼ਨ ਤੁਹਾਡੇ 'ਚ ਕੋਈ ਕਮੀ ਹੈਗੀ ਆ, ਤੁਹਾਡੇ ਆਈਲੈਟ ਸਕੋਰ ਦੀ ਗੁੰਜਾਇਸ਼ ਦਿੱਤੀ ਜਾਊਗੀ ਤਾਂ ਕਿ ਤੁਸੀਂ, ਜੇ ਤੁਹਾਡੀ ਜੌਬ ਤੁਹਾਡੀ ਹੁੰਦੀ ਆ ਸੇਮ ਜੌਬ, ਤੁਸੀਂ ਉਹਦੇ ਕੁਆਲੀਫਾਈਡ ਹੈ, ਤੁਹਾਡਾ ਇੰਪਲੋਇਰ ਖੁਸ਼ ਆ ਕਿ ਕਰਦਾ ਇਹਦੀ ਇੰਗਲਿਸ਼ ਉਨੀ ਜਾਂ ਫਰੈਂਚ ਉਸ ਲੈਵਲ ਦੀ ਹੈਗੀ ਆ ਤਾਂ ਉਹਨੂੰ ਉਸ ਤਰ੍ਹਾਂ ਕਰੂਗਾ। ਸੋ ਹੁਣ ਅਸੀਂ ਥੋੜ੍ਹਾ ਅਗੇਨ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦੱਸਦੇ ਕਿ ਥੋੜ੍ਹਾ ਪੇਸ਼ੈਂਸ ਰੱਖਣਾ ਪੈਣਾ। 4 ਮਹੀਨਿਆਂ ਦੇ ਵਿੱਚ ਇਹਦੇ ਰਾਹ ਤੁਹਾਨੂੰ ਦਿਸਣੇ ਆ। ਉਹ ਮਿਨਿਸਟਰ ਨੇ 1 by 1 ਇਹ ਕੈਟਾਗੋਰੀਆਂ ਖੋਲ੍ਹ ਦੇਣੀਆਂ ਔਰ ਉਹ ਕੈਟਾਗੋਰੀਆਂ ਖੋਲ੍ਹਦੇ ਸਾਰ ਤੁਹਾਡੇ ਉਹਦੇ ਵਿੱਚ ਤੁਸੀਂ ਅਪਲਾਈ ਕਰਕੇ ਤਾਂ ਹੌਲੀ ਸਾਰੇ ਪਰਮਨੈਂਟ ਰੈਜ਼ੀਡੈਂਟ ਬਣ ਜਾਣਗੇ। ਜੀ ਰਣਦੀਪ ਜੀ, ਬੜਾ ਮੁਸ਼ਕਿਲ ਹੁੰਦਾ ਜਦੋਂ ਵੀ ਕੋਈ ਮੋਸ਼ਨ ਲਿਆਂਦਾ ਜਾਂਦਾ, ਉਹਦੇ ਤੇ ਗੱਲਬਾਤ ਹੁੰਦੀ ਹੈ ਤਾਂ ਹਾਊਸ ਦੇ ਵਿੱਚ ਜਦੋਂ ਉਹਨੂੰ ਪਾਸ ਕੀਤਾ ਜਾਂਦਾ ਹੈ ਸਰਬਸਹਿਮਤੀ ਦੇ ਨਾਲ ਹੋ ਜਾਵੇ, ਇਹ ਬਹੁਤ ਰੇਅਰ ਹੁੰਦਾ ਹੈ। ਹੁਣ ਜਦੋਂ ਇਮੀਗ੍ਰੇਸ਼ਨ ਦੇ ਮਸਲੇ ਆਉਂਦੇ ਨੇ ਤਾਂ ਇਹਦੇ ਤੇ ਵੀ ਬਹੁਤ ਜ਼ਰੂਰੀ ਸੀ ਵੀ ਇਸ ਬਿੱਲ ਦੇ ਉੱਤੇ ਜਿਹੜੀ ਹੈ ਸਰਬਸਹਿਮਤੀ ਜਿਹੜੀ ਹੈ ਉਹ ਜਤਾਈ ਜਾਏ। ਜਦੋਂ ਤੁਸੀਂ ਇਹ ਮੋਸ਼ਨ ਦੀ ਗੱਲ ਕਰ ਰਹੇ ਸੀਗੇ, ਜਦੋਂ ਇਹ ਬਿੱਲ ਪਾਸ ਹੋਇਆ ਤਾਂ ਕਿਵੇਂ ਦਾ ਸਾਰਾ ਪ੍ਰੋਸੈਸ ਲਿਆ ਕਿ ਸਾਰਿਆਂ ਨੇ ਇਹਦੇ ਤੇ ਸਹਿਮਤੀ ਜਤਾਈ? ਕਿਉਂਕਿ ਜੋ ਕੈਨੇਡਾ ਦੇ ਅਸੀਂ ਹਾਲਾਤ ਦੇਖ ਰਹੇ ਹਾਂ, ਵਰਕਰਾਂ ਦੀ ਇੱਥੇ ਆਲਰੇਡੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਸੀਗੀ। ਸੋ
ਸਾਰਿਆਂ ਨੇ ਇਹਦੇ ਤੇ ਮੋਹਰ ਲਗਾਈ ਇਸ ਫੈਸਲੇ ਤੇ? ਹਾਂਜੀ ਬਿਲਕੁਲ। ਸੋ ਇਹ ਕਾਫੀ ਮੈਂ ਮਿਹਨਤ ਕੀਤੀ। ਮੈਂ ਪਹਿਲਾਂ ਤਾਂ ਜਿਹੜੇ ਇੰਡਸਟਰੀ ਗਰੁੱਪਸ ਆ ਸਾਡੇ, ਸੋ ਕੈਨੇਡੀਅਨ ਫੂਡ ਬੈਵਰੇਜ ਅਲਾਇੰਸ ਜਿਹੜੀ ਹੈਗੀ ਆ, ਕੈਨੇਡਾ ਦਾ ਪ੍ਰੋਡਿਊਸ ਵਰਕਰਸ ਦੇ ਐਸੋਸੀਏਸ਼ਨ ਆ, ਜਿੰਨੇ ਵੀ ਆਲਮੋਸਟ ਵਰਕਰਸ ਆਰਗੇਨਾਈਜੇਸ਼ਨਸ, ਐਮਪਲੋਇਰ ਆਰਗੇਨਾਈਜੇਸ਼ਨ, ਇਹਨਾਂ ਦੀ ਵੀ ਲਈ, ਆਬਵੀਅਸਲੀ ਜਿਹੜੇ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਜਾਂ ਹੋਰ ਉਹਨਾਂ ਦੀ ਵੀ ਲਈ, ਉਹਦੇ ਨਾਲ ਸਾਨੂੰ ਇੰਡਸਟਰੀ ਵਾਈਡ ਹੋ ਗਿਆ ਕਿ ਇਕੱਲਾ ਸਿਰਫ ਵਰਕਰ ਨੂੰ ਨਹੀਂ ਹੈਗਾ, ਇਹ ਜਿਹੜੇ ਐਮਪਲੋਇਰ ਆ ਉਹ ਵੀ ਚਾਹੁੰਦੇ ਆ, ਉਹ ਵੀ ਨਹੀਂ ਚਾਹੁੰਦੇ ਕਿ ਹਰ 2 ਸਾਲ ਅਸੀਂ $1000 ਫੀਸ ਦਈਏ, ਵਕੀਲ ਦੀ ਕਾਸਟ ਦਈਏ, ਰਿਨਿਊ ਕਰੀਏ, 2-2 ਸਾਲ ਲੱਗ ਜਾਂਦਾ ਰਿਨਿਊਅਲ ਹੋਣ ਨੂੰ, ਉਹਦਾ ਮੈਡੀਕਲ ਨਹੀਂ ਹੁੰਦਾ ਕੋਸਟ। ਉਹ ਮੰਗਦੇ ਆ ਕਿ ਜੇ ਉਹ ਫੋਰ ਐਗਜ਼ਾਮਪਲ ਉਹਨਾਂ ਦੇ ਗ੍ਰੀਨ ਹਾਊਸ 'ਚ ਕੰਮ ਕਰਦੇ ਜਾਂ ਉਹਨਾਂ ਦੀ ਫੈਕਟਰੀ 'ਚ ਕੰਮ ਕਰਦੇ ਤਾਂ ਬਹੁਤ ਵਧੀਆ, ਪਹਿਲਾਂ 6 ਮਹੀਨੇ ਦਾ ਟ੍ਰੇਨ ਕਰਨ ਨੂੰ ਲੱਗ ਜਾਂਦੇ ਆ, ਫਿਰ ਫਾਈਨਲੀ ਵਰਕ ਕਰਦੇ। ਉਹ ਨਹੀਂ ਮੰਗਦੇ ਕਿ ਰਿਵਾਲਵਿੰਗ ਡੋਰ ਹੋਵੇ, ਉਹ ਕਹਿੰਦੇ ਕਿ ਅਸੀਂ ਪੱਕੇ ਇਹਨਾਂ ਨੂੰ ਕਰੀਏ, ਉਹਨਾਂ ਦੀ ਸਪੋਰਟ ਲਈ। ਫਿਰ ਅਸੀਂ ਵੱਖ-ਵੱਖ ਪਾਰਟੀਆਂ ਦੇ ਨਾਲ ਮੈਂ ਗੱਲਬਾਤ ਕੀਤੀ। ਸੋ ਸਭ ਤੋਂ ਪਹਿਲਾਂ ਐਕਚੁਅਲੀ ਬਲਾਕ ਕਬੈਕਵਾਦ ਦੀ ਪਾਰਟੀ ਨਾਲ ਕੀਤੀ, ਜਿਹੜੀ ਕਿ ਸੈਪਰੇਟਿਸਟ ਪਾਰਟੀ ਹੈਗੀ ਕਬੈਕ ਦੀ, ਪਰ ਉਹਨਾਂ ਨੂੰ ਵੀ 1,75,000 ਵਿਅਕਤੀਆਂ ਦੀ ਸ਼ੋਰਟੇਜ ਆ ਉੱਥੇ, ਜਿਨ੍ਹਾਂ ਉਹਨਾਂ ਨੂੰ ਫਿਰ ਦੱਸਿਆ ਕਿ ਤੁਹਾਡਾ $18 ਬਿਲੀਅਨ ਦਾ ਪਿਛਲੇ 2 ਸਾਲਾਂ ਦਾ ਘਾਟਾ ਆ, ਕਿਉਂਕਿ ਤੁਹਾਡੇ ਕੋਲ ਇਨਫ ਵਰਕਰ ਨਹੀਂ ਹੈਗੇ। ਇਹ ਚੀਜ਼ਾਂ ਨੂੰ ਦੇਖਦੇ ਆ ਉਹਨੇ ਵੀ ਇਹਨੂੰ ਠੀਕ ਸਮਝਿਆ, ਆਲਦੋ ਉਹ ਆਪਣਾ ਪ੍ਰੋਸੈਸਿੰਗ ਕਬੈਕ ਦਾ ਜੁਦਾ ਰੱਖਦੇ ਆ, ਉਹਨਾਂ ਨੂੰ ਇਜਾਜ਼ਤ ਮਿਲੀ ਆ ਆਪਣਾ ਸੈਪਰੇਟ ਕਰਨ ਦਾ। ਸੋ ਉਹ ਇਹ ਮੇਕ ਸ਼ੋਰ ਕਰਨਾ ਮੰਗਦੇ ਸੀ ਕਿ ਅਸੀਂ ਇੰਟਰਫੀਅਰ ਦਾ ਨਹੀਂ ਕਬੈਕ ਦੇ ਵਿੱਚ ਕਰ ਰਹੇ। ਸੋ ਉਹਨਾਂ ਨੂੰ ਤਸੱਲੀ ਦਿੱਤੀ। ਫਿਰ ਮੈਂ NDP ਦੇ ਨਾਲ ਕੰਮ ਕੀਤਾ, ਜੈਨੀ ਕੁਆਨ ਦੇ ਨਾਲ, ਜਿਹੜੀ ਉਹਨਾਂ ਦੀ ਇਮੀਗ੍ਰੇਸ਼ਨ ਕ੍ਰਿਟਿਕ ਹੈ। ਉਹ ਮੇਰੀ ਕਾਫੀ ਤਕਰੀਬਨ 4 ਸਾਲ ਮੈਂ ਕਮੇਟੀ ਤੇ ਉਹਨਾਂ ਰਿਹਾ। ਸੋ ਵੈਰੀ ਗੁੱਡ ਰਿਲੇਸ਼ਨ ਸੀਗੇ। ਉਹਨੇ ਥੋੜ੍ਹੀ ਜਿਹੀ ਅਮੈਂਡਮੈਂਟ ਇੱਕ ਲਿਆਂਦੀ ਸੀਗੀ ਕਿ ਕੇਅਰ ਗਿਵਰਸ ਵੀ ਫੋਰ ਐਗਜ਼ਾਮਪਲ ਇੰਕਲੂਡ ਕੀਤੇ ਜਾਣ, ਔਰ ਸੀਗੇ ਇੰਕਲੂਡਡ, ਪਰ ਐਕਸਪ੍ਰੈਸਲੀ ਇੰਕਲੂਡਡ ਮੰਗ ਰਹੀ ਸੀਗੀ। ਫਿਰ ਮੈਂ ਕੰਸਰਵੇਟਿਵ ਜਸਰਾਜ ਹਾਲਨ ਉਹਨਾਂ ਨਾਲ ਕੀਤੀ। ਉਹਨਾਂ ਨੂੰ, ਉਹ ਇਮੀਗ੍ਰੇਸ਼ਨ ਦੇ ਕ੍ਰਿਟਿਕ ਹੈਗੇ ਆ, ਉਹਨੇ ਵੀ ਫਿਰ ਆਪਣੀ ਪਾਰਟੀ ਨੂੰ ਪੇਸ਼ ਕਰਕੇ ਆਪਣੀ ਕਾਕਸ ਦੇ ਵਿੱਚ ਉਹਨਾਂ ਨੂੰ ਇਹ ਬਿੱਲ ਦਾ ਕੀ ਫਾਇਦਾ, ਕੀ ਨੁਕਸਾਨ ਆ, ਨੁਕਸਾਨ ਇਹਦੇ ਬਹੁਤ ਥੋੜ੍ਹੇ ਆ, ਫਾਇਦੇ ਜ਼ਿਆਦੇ ਆ, ਲੈ ਕੇ ਉਹਨੇ ਵੀ ਫਿਰ ਮੈਨੂੰ ਇਹ ਸਪੋਰਟ ਦਿੱਤੀ। ਸੋ ਮੈਂ ਆਪਣੀ ਕਾਕਸ ਨਾਲ ਵੀ ਵਰਕ ਕੀਤਾ, ਸਾਡੇ ਇਮੀਗ੍ਰੇਸ਼ਨ ਮਿਨਿਸਟਰ, ਕਿਉਂਕਿ ਜੇ ਤੁਹਾਨੂੰ ਪਾਰਟੀ ਦੀ ਨਹੀਂ ਸਪੋਰਟ ਮਿਲਦੀ ਫਿਰ ਤੁਹਾਡਾ ਫੇਲ ਹੋ ਜਾਂਦਾ, ਤੇ ਫਿਰ ਬਹੁਤ ਔਖਾ ਆ ਓਵਰਰਾਈਡ ਕਰਨਾ। ਔਰ ਯੂਜਲੀ 10 ਕੀ ਬਿੱਲ ਇੱਕ ਪੂਰੇ 4 ਸਾਲ ਦੇ ਸੈਸ਼ਨ 'ਚ ਪਾਸ ਹੁੰਦੇ, ਪ੍ਰਾਈਵੇਟ ਮੈਂਬਰਸ ਬਿੱਲ, ਔਰ ਸਰਬਸੰਮਤੀ ਨਾਲ ਤਾਂ ਬਹੁਤ ਥੋੜ੍ਹੇ ਹੁੰਦੇ ਆ। ਸੋ ਇਸ ਤਰ੍ਹਾਂ ਮੈਂ ਸਾਰਿਆਂ ਨਾਲ ਵਰਕ ਕੀਤਾ, ਪ੍ਰਾਈਮ ਮਿਨਿਸਟਰ ਦੇ ਆਫਿਸ ਨਾਲ ਵਰਕ ਕੀਤਾ, ਤੇ ਲੈਂਗੁਏਜ ਨੂੰ ਡਿਵੈਲਪ ਕੀਤਾ, ਤੇ ਉਹ ਡਿਵੈਲਪ ਕਰਨ ਤੋਂ ਬਾਅਦ ਹੀ ਪੇਸ਼ ਕੀਤਾ। ਫਿਰ ਸਾਰੀਆਂ ਪਾਰਟੀਆਂ ਨਾਲ ਵਰਕ ਕੀਤਾ, ਔਰ ਸਾਰੇ ਪਾਰਟੀਆਂ ਸਹਿਮਤ ਸੀਗੀਆਂ ਇਸ ਲੈਂਗੁਏਜ। ਔਰ ਰਣਦੀਪ ਜੀ, ਮੇਰੇ ਧਿਆਨ ਦੇ ਵਿੱਚ ਆਇਆ, ਬਹੁਤ ਸਾਰੇ ਲੋਕ ਨੇ, ਹੁਣ ਮੈਂ ਸਿਰਫ ਆਮ ਜਨਤਾ ਦੇ ਜਿਹੜੇ ਕੁਐਸਚਨਸ ਕੱਲ੍ਹ ਦੇ ਆ ਰਹੇ ਨੇ ਸਾਡੇ ਕੋਲ, ਉਹ ਪੁੱਛਾਂਗੀ ਤੁਹਾਨੂੰ। ਲੈਂਗੁਏਜ ਦਾ ਆਇਲਟਸ ਦਾ ਬਹੁਤ ਵੱਡਾ ਇਹਦੇ ਵਿੱਚ ਰੋਲ ਰਹਿੰਦਾ। ਆਇਲਟਸ ਜ਼ਿਆਦਾਤਰ ਕਲੀਅਰ ਨਹੀਂ ਹੋ ਪਾਉਂਦੀ, ਪੁਆਇੰਟਸ ਪੂਰੇ ਨਹੀਂ ਹੋ ਪਾਉਂਦੇ, ਕਦੀ 1 ਘੱਟ ਗਿਆ, 2 ਘੱਟ ਗਿਆ, ਇਹ ਚੱਲੀ ਜਾਂਦਾ ਸਿਲਸਿਲਾ। ਕੀ ਉਹਦੇ ਵਾਸਤੇ ਹੁਣ ਕੀ ਹੋਏਗਾ? ਕੀ ਉਹਦੇ ਵਾਸਤੇ ਕੋਈ ਰੂਲ ਸੈੱਟ ਕੀਤੇ ਗਏ ਨੇ? ਹਾਂਜੀ, ਉਹ ਸੋ ਹੁਣ ਮਿਨਿਸਟਰ ਉਹਦੇ ਰੂਲ ਬਣਾਊਗਾ ਕਿ ਜਿਹਨਾਂ ਦੇ ਆਇਲਟਸ ਥੋੜੇ ਆ, ਸੋ ਇੰਗਲਿਸ਼ ਲੈਵਲ ਉਹਨਾਂ ਦਾ ਲੋਅਰ ਆ, ਜਾਂ ਉਹਨਾਂ ਦਾ ਸਕਿੱਲ ਲੈਵਲ ਘੱਟ ਆ, ਉਹਦੇ ਪੁਆਇੰਟ ਘੱਟ ਆਉਂਦੇ, ਤਾਂ ਦੇ ਉਹਨੀ ਰੈਫਰੈਂਸ TR to PR, ਜਿਹਦੇ ਵਿੱਚ 78 ਆਈ ਥਿੰਕ ਓਨਲੀ ਪੁਆਇੰਟਸ ਦੀ ਰਿਕੁਆਇਰਮੈਂਟ ਸੀਗੀ। ਇਸ ਟਾਈਪ ਆਫ ਚੀਜ਼ ਦੇ ਵਿੱਚ ਗੁੰਜਾਇਸ਼ ਕੀਤੀ ਜਾਊਗੀ, ਤਾਂ ਕਿ ਉਹ ਇਫ ਦੇ ਗੁੱਡ ਇਨਫ, ਜਿੱਦਾਂ ਇੰਗਲਿਸ਼ ਕਹਿੰਦੇ ਵੇ, ਆਪਣੇ ਕੰਮ ਕਰਨ ਵਾਸਤੇ ਠੀਕ ਹੈਗੇ ਆ, ਇੰਪਲੋਇਰ ਖੁਸ਼ ਆ, ਸੋ ਉਹਨਾਂ ਨੂੰ ਪੱਕੇ ਹੋਣਾ ਚਾਹੀਦਾ। ਉਹ ਕਾਹਤੇ ਡਿਫਰੈਂਸ ਹੈਗਾ ਉਹਨਾਂ ਦਾ, ਸੋ ਉਹ ਵਾਸਤੇ ਇੰਗਲਿਸ਼ ਦੇ ਲੈਵਲ ਆਇਲਟਸ ਤੇ ਉਹਨਾਂ ਦੇ ਲੋਅਰ ਸਕਿੱਲ ਦੇ ਰਿਡਿਊਸ ਕੀਤੇ ਜਾਣਗੇ। ਜਿਹੜਾ ਤੁਹਾਡਾ ਐਕਸਪੀਰੀਅੰਸ ਕੈਨੇਡਾ, ਉਹਦੇ ਵੱਧ ਦਿੱਤੇ ਜਾਣਗੇ ਜੇ ਤੁਹਾਡਾ ਪੜ੍ਹਾਈ ਜਾਂ ਐਜੂਕੇਸ਼ਨ ਬੇਸ਼ੱਕ ਘੱਟ ਵੀ ਹੈਗੀ ਆ। ਸੋ ਉਹ ਪੁਆਇੰਟਸ ਦੀ ਗੁੰਜਾਇਸ਼। ਸੋ ਫੋਰ ਐਗਜ਼ਾਮਪਲ ਇਹਦੇ ਨਾਲ ਹੈਗਾ ਕਿ ਜਿਹੜਾ ਵਿਅਕਤੀ ਹਾਈ ਸਕਿਲਡ ਹੈਗਾ, ਐਜੂਕੇਸ਼ਨ ਹਾਈ ਆਈਲੈਟਸ, ਉਹ ਸ਼ਾਇਦ 2 ਸਾਲ 'ਚ ਜਿੱਦਾਂ ਅੱਗੇ ਹੁੰਦਾ ਸੀ PR ਹੋ ਜਾਊਗਾ। ਤਾਂ ਜਿਹੜਾ ਕੋ ਇੰਗਲਿਸ਼ ਲੈਵਲ ਘੱਟ ਆ, ਐਜੂਕੇਸ਼ਨ ਘੱਟ ਆ, ਉਹਦੇ ਸ਼ਾਇਦ 3 ਜਾਂ 4 ਸਾਲ 'ਚ ਹੋਣਗੇ। ਸੋ ਇਹਦੇ ਉਹ ਦੂਸਰੇ ਪਾਸੋਂ ਪੁਆਇੰਟ ਆਪਣੇ ਪੂਰੇ ਕਰ ਲੈਣਗੇ। ਸੋ ਇਹ ਆਸ ਹੈਗੀ ਹੈ ਕਿ ਔਰ ਪਰਮਾਨੈਂਟ ਹੋਊਗਾ ਪ੍ਰੋਗਰਾਮ, ਇਹ 1 ਟਾਈਮ ਨਹੀਂ ਕਿ ਜਿਹੜੇ ਹੁਣ ਕੀ ਹੈਗੇ ਆ ਇਹਨਾਂ ਨੂੰ ਜੀ ਪੱਕੇ ਕਰਤਾ ਤਾਂ ਗਾਂ ਲੈ ਜੀ। ਇਹ ਇੱਕ ਪ੍ਰੋਗਰਾਮ ਹੀ ਸੈੱਟ ਹੋ ਜਾਊਗਾ ਇਮੀਗ੍ਰੇਸ਼ਨ ਦੇ ਵਿੱਚ, ਤਾਂ ਕਿ ਉਹ ਜਿੰਨੇ ਵੀ ਆਇਆ ਕਰਨਗੇ ਉਹਨਾਂ ਨੂੰ ਰਾਹ ਹੋ ਜਾਊਗਾ, ਆਸ ਹੋ ਜਾਊਗੀ, ਉਹਨਾਂ ਨੂੰ ਪ੍ਰੋਗਰਾਮ ਪਤਾ ਲੱਗ ਜਾਊ ਕਿ ਮੈਂ 2 ਸਾਲ 4 ਸਾਲ ਜਾਂ 5 ਸਾਲਾਂ 'ਚ ਮੈਂ PR ਹੋਣਾ, ਮੈਨੂੰ ਇੰਨੇ ਸਾਲ ਮਿਹਨਤ ਕਰਨੀ ਪੈਣੀ ਹੈ, ਕੰਮ ਕਰਨਾ ਪੈਣਾ, ਫਿਰ ਮੈਂ ਆਪਣਾ ਪਰਿਵਾਰ ਤੇ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਆ। ਕਿਉਂਕਿ ਕੈਨੇਡਾ ਨੂੰ ਵੀ ਪਲੈਨਿੰਗ ਕਰਨੀ ਪੈਂਦੀ ਹੁੰਦੀ ਆ, ਜਦੋਂ ਤੁਸੀਂ PR ਹੁੰਦੇ ਉਹਨਾਂ ਨੂੰ ਸਰਵਿਸਾਂ ਦੇਣੀਆਂ ਪੈਂਦੀਆਂ, ਤੁਹਾਨੂੰ ਇੰਗਲਿਸ਼ ਲੈਂਗੁਏਜ ਟ੍ਰੇਨਿੰਗ, ਸੈਟਲਮੈਂਟ ਸਰਵਿਸਿਜ਼, ਹੋਰ ਸਾਰੇ ਚੀਜ਼ ਹੁੰਦੇ ਆ ਜਿਹੜੇ ਉਹਨਾਂ ਨੂੰ ਅਰੇਂਜ ਕਰਨੇ ਪੈਂਦੇ ਆ। ਸੋ ਗਵਰਨਮੈਂਟ ਨੂੰ ਵੀ ਉਨੀ ਗੁੰਜਾਇਸ਼ ਚਾਹੀਦੀ ਹੈਗੀ ਆ, ਪਰ ਇਹਦੇ ਨਾਲ ਉਹ ਰਾਹ ਖੁੱਲ ਜਾਣਗੇ ਸਾਰਿਆਂ ਵਾਸਤੇ। ਰਣਦੀਪ ਜੀ, ਕਿਉਂਕਿ ਬਹੁਤ ਸਾਰੇ ਅਜਿਹੇ ਅਦਾਰੇ ਨੇ, ਬਹੁਤ ਸਾਰਾ ਅਜਿਹਾ ਤਬਕਾ ਹੈਗਾ ਜਿਹੜੇ ਕਿ ਆਇਲਟਸ ਨਹੀਂ ਕਰ ਸਕਦੇ, ਬਿਲਕੁਲ ਵੀ ਨਹੀਂ। ਖੇਤੀਬਾੜੀ ਵਿਭਾਗ ਦੇ ਵਿੱਚ ਲੈ ਲਓ, ਇੰਨੇ ਸਾਰੇ ਵਰਕਰ ਨੇ ਜਿਹੜੇ ਆਏ ਹੋਏ ਨੇ, ਕੰਮ ਕਰਦੇ ਨੇ, ਉਹ ਵਿਚਾਰੇ ਆਪਣਾ ਵਰਕ ਪਰਮਿਟ ਹੀ ਰੈਨਿਊ ਬਾਰ-ਬਾਰ ਕਰਾਉਂਦੇ ਰਹਿੰਦੇ ਨੇ। ਉਹਨਾਂ ਦਾ ਕੋਈ ਭਵਿੱਖ, ਹੁਣ ਕੋਈ ਫਿਊਚਰ ਹੈ? ਕਿਉਂਕਿ ਲੋੜ ਤਾਂ ਇੱਥੇ ਵੀ ਹੈਗੀ ਹੈ, ਪਰ ਉਹ ਵਾਪਸ ਚਲੇ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਉਹ
ਜੋ ਲੈਂਗੁਏਜ ਉਹ ਟੈਸਟ ਨਹੀਂ ਪਾਸ ਕਰ ਪਾ ਰਹੇ ਤਾਂ ਉਹ ਸ਼ਾਇਦ ਇੱਥੇ ਰਹਿ ਨਹੀਂ ਸਕਦੇ, ਉਹ ਇਸ ਕੈਟਾਗਰੀ ਦੇ ਵਿੱਚ ਕਿਤੇ ਨਾ ਫਿੱਟ ਕੀਤੇ ਜਾਣਗੇ। ਸੋ ਜਿਹੜੇ ਫਾਰਮ ਪ੍ਰੋਡਿਊਸ ਵਰਕਰ ਆ, ਫੋਰ ਐਗਜ਼ਾਮਪਲ ਈਅਰ ਰਾਊਂਡ ਦੇ ਜਿਹੜੇ EMPLOYE ਹੈਗੇ ਆ, ਉਹਨਾਂ ਵਾਸਤੇ ਇਹਦੇ ਵਿੱਚ ਹੈਗਾ। ਜਿਹੜੇ ਸੀਜ਼ਨਲ ਆ, ਫੋਰ ਐਗਜ਼ਾਮਪਲ ਮੈਕਸੀਕੋ, ਡੋਮਿਨਿਕਨ, ਹੋਰ ਸਾਊਥ ਅਮਰੀਕਨ ਕੰਟਰੀਆਂ ਤੋਂ ਆਉਂਦੇ ਆ ਟੈਂਪਰੇਰੀਲੀ, ਉਹ ਨਹੀਂ ਹੈਗੇ, ਕਿਉਂਕਿ ਉਹਨਾਂ ਦਾ ਪ੍ਰੋਗਰਾਮ ਇਹ ਹੈ ਕਿ ਉਹ 6 ਮਹੀਨੇ ਜਾ ਕੇ ਕੰਮ ਕਰਦੇ ਆ, 6 ਮਹੀਨੇ ਤੋਂ ਬਾਅਦ ਵਾਪਸ ਚੱਲ ਜਾਂਦੇ ਆ। ਉਹ ਨਹੀਂ ਨਾ ਡਿਮਾਂਡ ਇਹਦੀ ਹਜੇ ਕੀਤੀ ਆ, ਤੇ ਨਾ ਹੀ ਉਹਨਾਂ ਲਈ ਫਿਰ ਪ੍ਰੋਬਲਮ ਇਹ ਹੈ ਕਿ ਦੂਸਰੇ 6 ਮਹੀਨਿਆਂ ਲਈ ਫਿਰ ਜੌਬ ਕਿਹੜੀ ਤੁਸੀਂ ਟੋਲ ਕੇ ਦਿਓਗੇ। ਜੇ ਉਹ ਪੱਕੀ ਲੈ ਲੈਣਗੇ ਫਿਰ ਨਹੀਂ ਫਾਰਮ 'ਚ ਮੁੜ ਕੇ ਨਹੀਂ ਜਾਣਾ ਹੈ ਨਾ। ਸੋ ਉਹਨਾਂ ਦਾ ਪ੍ਰੋਗਰਾਮ ਇਹਦੇ ਵਿੱਚ ਨਹੀਂ ਹੈਗਾ। ਇਹ ਬਿੱਲ ਜਿਹੜੇ ਈਅਰ ਰਾਊਂਡ 2-2 ਸਾਲ ਦੇ ਟੈਂਪਰੇਰੀ ਫੋਰਨ ਵਰਕ ਪਰਮਿਟ ਦੇ ਵਿੱਚ ਆਉਂਦੇ ਆ, ਉਹਨਾਂ ਵਿਅਕਤੀਆਂ ਵਾਸਤੇ ਹੈਗਾ। ਕੀ ਰਿਫਿਊਜੀ ਇਸ ਦੇ ਵਿੱਚ ਹੈ, ਇਸ ਕੈਟਾਗਰੀ ਨਹੀਂ, ਰੈਫਿਊਜੀ ਨਹੀਂ ਹੈਗਾ। ਸੋ ਕਈਆਂ ਦਾ ਭਾਵ ਹੈਗਾ ਵੀ ਸ਼ਾਇਦ ਜਿਹੜੇ ਰੈਫਿਊਜੀ ਜਾਂ ਫੇਲਡ ਰੈਫਿਊਜੀ ਕਲੇਮੈਂਟ ਹੈਗੇ ਆ, ਉਹ ਨਹੀਂ। ਉਹਨਾਂ ਵਾਸਤੇ ਉੱਦਾਂ ਮੈਂ ਦੱਸਦਾ ਕਿ ਪ੍ਰਾਈਮ ਮਿਨਿਸਟਰ ਨੇ ਮੈਂਡੇਟ ਲੈਟਰ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਨੂੰ ਕਿਹਾ ਕਿ ਜਿਹੜੇ ਅਨਡਾਕੂਮੈਂਟਡ ਆ, ਸੋ ਉਹਨਾਂ ਦਾ ਫੇਲ ਹੋ ਕੇ ਕਾਫੀ ਸਾਲ ਰਹਿ ਰਹੇ ਆ ਜਾਂ ਉਹ ਵੀਜ਼ੇ ਤੋਂ ਬਾਅਦ ਰਹਿ ਰਹੇ, ਉਹਨਾਂ ਲਈ ਕੋਈ ਫਿਗਰ ਆਊਟ ਕਰੋ ਕੋਈ ਸਿਨੈਰੀਓ। ਉਹ ਮਿਨਿਸਟਰ ਦਾ ਸੈਪਰੇਟ ਇਨੀਸ਼ੀਏਟਿਵ ਹੈਗਾ। ਉਹਦੇ ਉੱਤੇ ਟਾਈਮ ਲਾ ਕੇ ਉਹ ਦੇਖਣਗੇ ਵੀ ਕਿੰਨੇ ਆ ਜਾਂ ਕਿਸ ਤਰੀਕੇ ਨਾਲ ਉਹ ਕਰਨਗੇ। ਫੇਲਡ ਰੈਫਿਊਜੀ ਦੇ ਵਿੱਚ ਆਰਗੂਮੈਂਟ ਆ ਜਾਂਦਾ ਕਿ ਤੁਸੀਂ ਲੀਗਲ ਪ੍ਰੋਸੈਸ ਨਹੀਂ ਤੁਸੀਂ ਪਾਸ ਕੀਤਾ, ਇਸ ਕਰਕੇ ਸੋ ਤੁਸੀਂ ਸ਼ਾਰਟਕਟ ਕਰ ਰਹੇ ਆ ਲਾਈਨ ਦੀ। ਸੋ ਪਰ ਕਈ ਲੋਕ ਇੱਥੇ 10-10, 20-20 ਸਾਲ, 30-30 ਸਾਲ ਵੀ ਹੈਗੇ ਆ ਜਿਹੜੇ ਇੱਥੇ ਕੰਮ ਕਰਦੇ ਆ, ਉਹ ਬੈਕ ਜਾ ਨਹੀਂ ਸਕਦੇ। ਕੰਟਰੀ ਜਿਹੜੀ ਆ ਉਹ ਵੀਜ਼ਾ ਨਹੀਂ ਦਿੰਦੀ ਬੈਕ, ਜਾਂ ਪਾਸਪੋਰਟ ਜਾਂ ਡਾਕੂਮੈਂਟੇਸ਼ਨ ਨਹੀਂ ਦਿੰਦੀ। ਸੋ ਉਹਨਾਂ ਲਈ ਕੋਈ ਪਾਥਵੇ ਉਹ ਸੈਪਰੇਟ ਹੈ, ਉਹ ਮੇਰੇ ਬਿੱਲ ਦੇ ਵਿੱਚ ਨਹੀਂ ਹੈਗਾ। ਉਹ ਉਹਦਾ ਮੈਂਡੇਟ ਲੈਟਰ ਪ੍ਰਾਈਮ ਮਿਨਿਸਟਰ ਨੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਦਿੱਤਾ। ਸੋ ਆਸ ਕਰਦੇ ਕਿ ਨੈਕਸਟ 3 ਈਅਰ ਦੇ ਵਿੱਚ ਉਹਨਾਂ ਵਾਸਤੇ ਵੀ ਕੁਝ ਕੀਤਾ ਜਾਊਗਾ। ਓਕੇ, ਸੋ ਰਣਦੀਪ ਜੀ, ਇੱਕ ਕੈਟਾਗਰੀ ਜਿਹੜੀ ਉਹ ਹੈ ਜਿਹੜੀ ਪੁਆਇੰਟਸ ਇੱਥੇ ਜਦੋਂ ਪੂਰੇ ਨਹੀਂ ਹੁੰਦੇ, ਆਇਲਸ ਨਹੀਂ ਕਰ ਪਾਉਂਦੇ, ਲੱਖਾਂ ਪੈਸਾ ਜਿਹੜਾ ਲਗਾ ਕੇ ਖਰਚ ਕਰਕੇ ਉਹ ਇੰਡੀਆ ਜਾਂਦੇ ਨੇ, ਇੰਡੀਆ ਜਾ ਕੇ ਉੱਥੇ ਸਮਾਂ ਲੈਂਦੇ, ਇੱਥੋਂ ਕੰਮਾਂ ਕਾਰਾਂ ਤੋਂ ਛੁੱਟੀ ਲੈ ਕੇ ਜਾਂਦੇ ਨੇ, ਉੱਥੇ ਉਹ ਵਿਚਾਰੇ ਜਾ ਕੇ ਆਇਲਸ ਕਰਦੇ ਨੇ। ਜਦੋਂ ਉੱਥੋਂ ਵੀ ਪੂਰੇ ਨਹੀਂ ਹੁੰਦੇ ਜਿੰਨੇ ਪੁਆਇੰਟਸ ਉਹਨਾਂ ਨੂੰ ਚਾਹੀਦੇ ਹੁੰਦੇ ਨੇ, ਉਹ ਫੇਰ ਉਹਨਾਂ ਵਿਚਾਰੇ ਪੈਸਾ ਉੱਥੇ ਡੋਲ ਕੇ ਵਾਪਸ ਆਉਂਦੇ ਨੇ। ਉਹ ਤਾਂ ਵਿਚਾਰੇ ਨਮ ਅੱਖਾਂ ਦੇ ਨਾਲ ਹਮੇਸ਼ਾ ਗੱਲ ਕਰਦੇ ਨੇ ਵੀ ਸਾਡਾ ਕੀ ਬਣਨਾ, ਸਾਨੂੰ ਕੁਝ ਪਤਾ ਨਹੀਂ ਹੈ। ਉਹ ਇਸ ਤਰੀਕੇ ਨਾਲ ਕੋਈ ਉਹਨਾਂ ਨੂੰ ਇਹਦਾ ਬੈਨੀਫਿਟ ਹੋ ਰਿਹਾ, ਉਹ ਵਿਚਾਰੇ ਖੁਸ਼ ਹੋਣ ਇਸ ਫੈਸਲੇ ਤੋਂ? ਸੋ ਆਈ ਥਿੰਕ ਕਾਫੀ ਉਹਨਾਂ ਨੂੰ ਆਪਟੀਮਿਜ਼ਮ ਹੋਣਾ ਚਾਹੀਦਾ, ਕਿਉਂਕਿ ਮਿਨਿਸਟਰ ਨੇ ਉਹਦੇ ਵਿੱਚ ਜਿਹੜੇ ਉਹਨਾਂ ਦੇ ਕੈਟਾਗਰੀ ਆਫ ਜੌਬ ਹੈ, ਜੇ ਫੋਰ ਐਗਜ਼ਾਮਪਲ ਉਹ ਫਾਰਮ ਵਰਕਰ ਹੈ ਜਾਂ ਪ੍ਰੋਡਿਊਸ ਵਰਕਰ ਹੈ, ਲੌਂਗ ਐਜ਼ ਉਹ ਆਪਣੀ ਉਹ ਜੌਬ ਕਰਨ ਦੇ ਵਿੱਚ ਸਫੀਸ਼ੀਐਂਟ ਹੈਗੇ ਆ, ਮਿਨਿਸਟਰ ਨੂੰ ਇਹ ਮੋਸ਼ਨ ਦੇ ਵਿੱਚ ਸੇਧ ਦਿੱਤੀ ਗਈ ਹੈ ਕਿ ਉਹ ਉਹਨਾਂ ਵਾਸਤੇ ਰਾਹ ਖੋਲ੍ਹਣ। ਸੋ ਉਹਨਾਂ ਦੇ, ਪਰ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਜ਼ੀਰੋ ਇੰਗਲਿਸ਼ ਦੇ ਨਾਲ ਹੋਊਗਾ। ਆਈਲੈਟਸ ਦੇ ਸਕੋਰ ਕਾਫੀ ਲੋਅਰ ਕੀਤੇ ਜਾਣਗੇ। ਸੋ ਉਹਨਾਂ ਨੂੰ 6 ਬੈਂਡ, 7 ਬੈਂਡ, 5.5 ਬੈਂਡ, ਇੱਦਾਂ ਨਹੀਂ, ਉਹਨਾਂ ਨੂੰ ਪ੍ਰੋਬਬਲੀ ਲੋਅਰ 3 ਜਾਂ 3.5 ਬੈਂਡ, ਇੱਦਾਂ ਦੇ ਟਾਈਪ ਆਫ ਸਿਨੈਰੀਓ ਦੇ ਵਿੱਚ ਕੀਤੇ ਜਾਣਗੇ। ਔਰ ਮੈਂ ਆਲਵੇਜ਼ ਇਨਕਰੇਜ ਕਰਦਾ ਜਿੰਨੇ ਵੀ ਟੈਂਪਰੇਰੀ ਫੋਰਨ ਵਰਕਰ, ਆਈ ਨੋ ਤੁਸੀਂ ਕਈ ਵਾਰੀ ਪੰਜਾਬੀਆਂ ਨਾਲ ਹੀ ਕੰਮ ਕਰਦੇ, ਲੋੜ ਨਹੀਂ ਪੈਂਦੀ, ਪਰ ਘਰ ਆ ਕੇ ਜਦੋਂ ਆਉਂਦੇ ਥੋੜ੍ਹੀ ਜਿਹੀ ਨਿਊਜ਼ ਦੇਖ ਲਿਆ ਕਰੋ ਇੰਗਲਿਸ਼ ਦੇ ਵਿੱਚ, TV ਸ਼ੋ ਦੇ, ਜੋ ਵੀ ਤੁਹਾਡਾ ਪੁੱਛ ਹੈਗਾ, ਤੁਹਾਨੂੰ ਥੋੜ੍ਹਾ ਜਿਹਾ ਹੌਲੀ ਤੁਹਾਨੂੰ ਲੈਂਗੁਏਜ ਸਕਿੱਲ ਡਿਵੈਲਪ ਕਰਨੇ ਚਾਹੀਦੇ। ਆਪਾਂ ਕੈਨੇਡਾ 'ਚ ਰਹਿਣਾ, ਐਕਸਪੈਕਟੇਸ਼ਨ ਵੀ ਹੈਗੀ ਆ, ਔਰ ਤੁਹਾਡੇ ਆਪ ਦੀ ਵੀ ਸੈਲਰੀ ਬੇਸ ਲਈ ਵੀ ਬਹੁਤ ਵਧੀਆ ਇਹ ਮੰਨਿਆ ਜਾਂਦਾ ਕਿ ਜੇ ਤੁਸੀਂ ਲੈਂਗੁਏਜ ਸਕਿੱਲ ਸਿੱਖ ਲੈਂਦੇ, ਤੁਹਾਡੀ ਸੈਲਰੀ ਵੀ ਆਪ ਪੁੱਜਦੀ, ਕਿਉਂਕਿ ਤੁਹਾਨੂੰ ਆਪਰਚੁਨਿਟੀਆਂ ਹੋਰ ਜਿੱਥੇ ਤੁਸੀਂ ਕੰਮ ਕਰਦੇ ਉੱਥੇ ਹੋਰ ਖੁੱਲ ਜਾਂਦੀਆਂ। ਇੱਕ ਉਹ ਕੈਟਾਗਰੀ ਹੈ ਰਣਦੀਪ ਜੀ ਜਿਹੜੇ ਕਿ ਸਵਾਲ ਕਰ ਰਹੇ ਸੀਗੇ ਕਿ ਉਹ ਇਹਦੇ ਵਿੱਚ ਆ ਰਹੇ ਜਾਂ ਨਹੀਂ, ਹੈ ਨਾ, ਜਿਹੜੇ ਵਿਜ਼ਟਰ ਆਉਂਦੇ ਨੇ, ਫਿਰ ਕਿਸੇ ਵਜ੍ਹਾ ਕਰਕੇ ਜੇ ਨਹੀਂ ਜਾ ਪਾਏ, ਉਹਨਾਂ ਨੇ ਵਰਕ ਪਰਮਿਟ ਲੈ ਲਏ, ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਨੇ, ਕਈਆਂ ਦੇ ਵਿਆਹ ਸ਼ਾਦੀਆਂ ਹੋ ਗਈਆਂ, ਉਹਨਾਂ ਦੇ ਸਪਾਊਸਲ ਜਿਹੜੇ ਨੇ ਉਹ ਵੀ ਉਹਨਾਂ ਨਾਲ ਆ ਗਏ। ਹੁਣ ਜਿਹੜੇ ਸਪਾਊਸਲ ਕੇਸ ਨੇ, ਉਹਨਾਂ ਦੇ ਵਿੱਚ ਉਹਨਾਂ ਦੇ ਸਪਾਊਸ ਜਿਹੜੇ ਨੇ ਉਹ ਕੈਸ਼ ਦੇ ਉੱਤੇ ਜ਼ਿਆਦਾਤਰ ਕੰਮ ਕਰਦੇ ਨੇ, ਕਈ ਜਿਨ੍ਹਾਂ ਵਿੱਚ ਸਟੂਡੈਂਟ ਤਾਂ ਬਹੁਤ ਸਾਰੇ ਆਉਂਦੇ ਨੇ। ਹੁਣ ਜਿਹੜੇ ਕੈਸ਼ 'ਤੇ ਕੰਮ ਕਰਦੇ ਨੇ, ਉਹਨਾਂ ਦੀ ਜਿਹੜੀਆਂ ਪੇ ਸਲਿਪਸ ਹੈ, ਉਹ ਕੀ ਰੋਲ ਇਹਦੇ ਵਿੱਚ ਅਦਾ ਕਰਨਗੀਆਂ? ਕਿਉਂਕਿ ਜਦੋਂ ਪੁਆਇੰਟਸ ਬੰਨੇ ਨੇ ਉਦੋਂ ਸਾਰਾ ਦੇਖਿਆ ਜਾਂਦਾ ਉਹਨਾਂ ਦਾ ਬਜਟ ਵਗੈਰਾ ਕਿ ਕਿਵੇਂ ਚੱਲ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਕਿਵੇਂ ਕੰਪਲੀਟ ਕੀਤੀਆਂ ਜਾਣਗੀਆਂ? ਪੇ ਸਲਿਪਸ ਕਿੰਨਾ ਕੁ ਰੋਲ ਨਿਭਾ ਸਕਦੀਆਂ ਨੇ? ਜਿਹੜਾ ਟੈਂਪਰੇਰੀ ਅਗੇਨ ਲੀਗਲ ਕੰਮ ਦਾ ਹੀ ਅਸੀਂ ਦੇ ਸਕਦੇ ਹਾਂ ਕ੍ਰੈਡਿਟ। ਸੋ ਜਿਹੜੇ ਟੈਂਪਰੇਰੀ ਫੋਰਨ ਵਰਕਰ ਐਂਡ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਫੋਰ ਐਗਜ਼ਾਮਪਲ ਜਿਨ੍ਹਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ, ਉਹ LMIA 'ਤੇ ਕੰਮ ਕਰਦੇ ਆ, ਉਹਨਾਂ ਨੂੰ ਕਈ ਵਾਰੀ ਹਾਇਰ ਸਕਿੱਲ ਦੀ ਇਕੱਲੀ ਜੌਬ ਦੇ ਵਿੱਚ ਉਹਨਾਂ ਦੇ ਪੁਆਇੰਟ ਪੂਰੇ ਹੁੰਦੇ ਆ, ਸੁਪਰਵਾਈਜ਼ਰ ਕੈਟੇਗਰੀ ਦੇ ਵਿੱਚ ਜੇ ਟੈਲਰ ਕਰਦੇ ਆ ਤਾਂ ਨਹੀਂ ਮਿਲਦਾ, ਉਹਨਾਂ ਵਾਸਤੇ ਵੀ ਇਹ ਰਾਹ ਦਿੱਤੇ ਜਾਣਗੇ। ਤਦੇ ਉਹਨਾਂ ਨੂੰ ਵੀ ਇਹਦੇ ਵਿੱਚ ਇੰਕਲੂਡ ਕੀਤਾ ਗਿਆ। ਪਰ ਇਹਦੇ ਨਾਲ ਇਹ ਨਹੀਂ ਕਿ ਸਪਾਊਸਾਂ ਦਾ ਜਿਹੜਾ ਹੈਗਾ, ਸੋ ਜਦੋਂ ਜਿਹੜਾ ਮੇਨ ਐਪਲੀਕੈਂਟ ਆ, ਜੇ ਉਹਦੇ ਪੁਆਇੰਟ ਦਾ ਕੁਆਲੀਫਿਕੇਸ਼ਨ ਪੂਰੇ ਹੁੰਦੇ ਤਾਂ ਪਰਿਵਾਰ ਫਿਰ ਨਾਲ ਹੀ ਹੋ ਜਾਂਦਾ ਹੁੰਦਾ ਜੀ। TWF ਦੇ ਲਈ ਐਪਲੀਕੇਸ਼ਨ ਕੋਟਾ ਇੱਕ ਜਦੋਂ ਕੱਢਿਆ ਗਿਆ ਸੀਗਾ PR ਕਰਨ ਦਾ, ਪਹਿਲਾਂ ਜਿਹੜੇ ਡਰਾ ਨਿਕਲੇ ਉਹਨਾਂ ਦੇ ਵਿੱਚ ਵੀ ਕਾਫੀ ਲੋਕਾਂ ਦੀਆਂ ਫਾਈਲਾਂ ਗਈਆਂ। ਹੁਣ ਜਿਹੜਾ ਫੈਸਲਾ ਇਹਦੇ ਤੋਂ ਵੀ ਜਿਹੜਾ
ਟੈਂਪਰੇਰੀ ਵਰਕਰਸ ਜਿਹੜੇ ਆ ਉਹਨਾਂ ਲਈ ਚੰਗੀ ਖਬਰ ਇਹਨੂੰ ਮੰਨਿਆ ਜਾ ਰਿਹਾ। ਹੁਣ ਜਿਹੜੇ ਉਹ ਵਰਕਰ ਨੇ ਜਿਨ੍ਹਾਂ ਨੇ ਇੰਡੀਆ ਤੋਂ ਫਾਈਲਾਂ ਲਗਾਈਆਂ ਹੋਈਆਂ ਸੀ, ਹੁਣ ਕਨਫਿਊਜ਼ ਉਹ ਹੈ ਕਿ ਉਹਨਾਂ ਦੀਆਂ ਫਾਈਲਾਂ ਫਿਲਹਾਲ ਰਿਜੈਕਟ ਕਰ ਦਿੱਤੀਆਂ ਜਾਣਗੀਆਂ ਜੇ ਪਹਿਲਾਂ ਇੱਥੇ ਰਹਿੰਦੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਨਹੀਂ, ਸੋ ਤੁਸੀਂ ਗੱਲ ਕਰਦੇ ਜਿਹਨੇ ਟੈਂਪਰੇਰੀ ਫੋਰਨ ਵਰਕਰ ਲਈ ਅਪਲਾਈ ਕੀਤਾ ਕੈਨੇਡਾ ਆਉਣ ਵਾਸਤੇ, ਹਾਂ, ਸੋ ਪਹਿਲਾਂ ਗੱਲ ਤਾਂ ਟੈਂਪਰੇਰੀ ਫੋਰਨ ਵਰਕ ਪਰਮਿਟ ਇੱਦਾਂ ਹੀ ਰਹੂਗਾ। ਸੋ ਪਹਿਲਾਂ ਤੁਸੀਂ ਆ ਕੇ ਟੈਂਪਰੇਰੀ ਫੋਰਨ ਵਰਕ ਪਰਮਿਟ ਤੇ ਕੰਮ ਕਰਨਾ, ਉਹ ਕੰਮ ਕਰਦਿਆਂ ਕਰ ਜਦੋਂ ਤੁਹਾਡੇ ਕੋਲ ਐਕਸਪੀਰੀਅੰਸ ਹੋ ਗਿਆ 2 ਸਾਲ ਦਾ ਹੋ ਗਿਆ, ਅੱਗੇ ਮਿਨੀਮਮ ਯੂਜਲੀ 2 ਸਾਲ ਦਾ ਹੁੰਦਾ, 2 ਸਾਲ ਜਾਂ 3 ਸਾਲ ਜਾਂ 4 ਸਾਲ ਜਦੋਂ ਤੁਹਾਡੇ ਪੁਆਇੰਟ ਪੂਰੇ ਹੋ ਜਾਂਦੇ ਆ ਤੁਹਾਨੂੰ ਰਾਹ ਮਿਲ ਜੂਗਾ। ਅੱਗੇ ਕੀ ਹੁੰਦਾ ਸੀਗਾ ਕਿ 2 ਕਿਸਮ ਦੇ ਟੈਂਪਰੇਰੀ ਫੋਰਨ ਵਰਕਰ ਹੁੰਦੇ ਸੀ, ਜਿਹੜੇ ਹਾਈਲੀ ਸਕਿਲਡ ਆ ਕੈਟਾਗਰੀ A ਐਂਡ B ਨੌਕ ਕੋਡ ਜਾਂ C ਦੇ ਵਿੱਚ, ਜਿਹੜੇ C ਐਂਡ D ਵਾਲੇ ਨਹੀਂ ਸੀ ਆਉਂਦੇ, A ਐਂਡ B ਵਾਲੇ ਆ ਜਾਂਦੇ ਸੀ, ਉਹ ਕੁਆਲੀਫਾਈ ਹੋ ਜਾਂਦੇ ਸੀ। ਜਿਹੜੇ ਲੋਅਰ ਸਕਿੱਲ ਕੈਟਾਗਰੀ 'ਚ ਉਹਨਾਂ ਨੂੰ ਕਦੇ ਵੀ ਕੁਆਲੀਫਿਕੇਸ਼ਨ ਨਹੀਂ ਸੀ ਹੁੰਦੀ, ਉਹਨਾਂ ਦੇ ਪੁਆਇੰਟ ਨਹੀਂ ਸੀ ਪੂਰੇ ਹੁੰਦੇ। ਸੋ ਇਹ ਉਹਨਾਂ ਨੂੰ ਬ੍ਰਿਜ ਕਰਦਾ ਕਿ ਉਹਨਾਂ ਨੂੰ ਵੀ, ਪਰ ਉਹਨਾਂ ਨੂੰ ਫੇਰ ਵੀ ਪਹਿਲਾਂ ਟੈਂਪਰੇਰੀ ਫੋਰਨ ਵਰਕ ਪਰਮਿਟ ਤੇ ਹੀ ਆਉਣਾ, ਕੈਨੇਡਾ ਦੇ ਵਿੱਚ ਆਉਣਗੇ, ਕੰਮ ਕਰਨਗੇ। ਜਦੋਂ ਉਹਨਾਂ ਕੋਲ ਪੁਆਇੰਟ ਹੋ ਗਏ, ਉਹਨੇ ਕੰਟਰੀਬਿਊਟ ਕਰਤਾ ਕੈਨੇਡਾ ਨੂੰ, ਫਿਰ ਉਹ ਪੱਕੇ ਹੋਣ ਦੇ ਉਹਨਾਂ ਦੇ ਪ੍ਰੋਗਰਾਮ ਦੇ ਅਪਲਾਈ ਕਰਨਗੇ, ਫਿਰ ਉਹ ਜਿਹੜੀਆਂ ਉਹਨਾਂ ਦੇ ਕੁਆਲੀਫਿਕੇਸ਼ਨ ਆ ਉਹਦੇ ਮੁਤਾਬਕ ਉਹਨਾਂ ਨੂੰ ਮਿਲ ਜੂਗਾ। ਰਣਦੀਪ ਜੀ, ਹੁਣ ਲੋਕ ਤਾਂ ਸਾਰੇ ਖੁਸ਼ ਹੋ ਗਏ ਆ, ਗੱਲ ਇੱਥੇ ਹੁਣ ਅਸੀਂ ਕਰ ਰਹੇ ਹਾਂ ਕੈਟਾਗਰੀਆਂ ਦੀ ਤਾਂ ਕਿ ਉਹਨਾਂ ਨੂੰ ਸਮਝ ਆ ਸਕੇ ਲੋਕਾਂ ਨੂੰ। ਹੁਣ ਕਿਹੜੇ ਲੋਕ ਨੇ ਜਿਹੜੇ ਜ਼ਿਆਦਾ ਖੁਸ਼ ਹੋਣ, ਟੈਂਪਰੇਰੀ ਵਰਕਰ ਕਿਹੜੇ ਇਸ ਕੈਟਾਗਰੀ ਦੇ ਵਿੱਚ ਆਉਂਦੇ ਨੇ, ਤੇ ਜਦੋਂ ਉਹ ਕੈਟਾਗਰੀਜ਼ ਉਹਨਾਂ ਦੀਆਂ ਆਉਣੀਆਂ ਉਹਨਾਂ ਲਈ ਵੀ ਜਿਹੜਾ ਕਿਵੇਂ ਖਾਕਾ ਤਿਆਰ ਕੀਤਾ ਗਿਆ, ਕਿਉਂਕਿ ਜੂਨ ਜੁਲਾਈ ਦੇ ਵਿੱਚ ਗੱਲ ਕੀਤੀ ਜਾ ਰਹੀ ਸੀ, ਡਰਾ ਚੁੱਕਿਆ ਜਾ ਰਿਹਾ। ਜਦੋਂ ਇਹ ਬਿੱਲ ਕੱਲ ਪਾਸ ਹੋ ਗਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਿਆ ਵੀ ਮੇਬੀ ਜੂਨ ਜੁਲਾਈ ਔਰ ਜਾਂ 1-2 ਮਹੀਨੇ ਹੋਰ ਪਾ ਕੇ ਇਹ ਜਿਹੜਾ ਡਰਾ ਇਹ ਸਾਰਿਆਂ ਵਾਸਤੇ ਆ ਉਦੋਂ ਪੱਕੇ ਹੋ ਜਾਣਗੇ। ਕੀ ਇਦਾਂ ਦਾ ਜਾਂ ਕੀ ਇਹਦਾ ਹੋਰ ਇਹ ਦੇਖੋ ਮਿਨਿਸਟਰ ਦੀ, ਕਿਉਂਕਿ ਇਹ ਜਿਹੜਾ ਮੋਸ਼ਨ ਹੈ ਉਹਨੂੰ ਇੰਸਟਰਕਸ਼ਨ ਦੇ ਰਿਹਾ ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਕਿ ਆ ਹੁਣ ਪਾਸ ਹੋ ਗਿਆ, ਪਾਰਲੀਮੈਂਟ ਦੀ ਵਿਲ ਆ ਚੀਜ਼ ਕਰਨ ਵਾਸਤੇ, ਹੁਣ ਤੇਰੇ ਕੋਲ ਹੈਗੇ 4 ਮਹੀਨੇ ਕਿ ਤੂੰ 4 ਮਹੀਨੇ ਦੇ ਵਿੱਚ ਫਿਗਰ ਆਊਟ ਕਰ ਇਹਨੂੰ ਕਿਸ ਤਰ੍ਹਾਂ ਤੁਸੀਂ ਕਰਨਾ। ਸੋ ਉਹ ਇਹ ਜਿਹੜੀ ਗੁੰਜਾਇਸ਼ ਆ ਉਹਨਾਂ ਕੋਲ ਹੋਊਗੀ, ਉਹ ਹੁਣ ਆਉਣ ਵਾਲੇ ਮਹੀਨਿਆਂ ਦੱਸਣਗੇ ਕਿ ਮੈਂ ਉਹ ਜਿਹੜਾ ਜੂਨ ਜੁਲਾਈ ਦਾ ਐਕਸਪ੍ਰੈਸ ਐਂਟਰੀ ਡਰਾ ਆ ਉਹਦੇ ਵਿੱਚ ਕਰੂੰਗਾ, ਜਾਂ ਮੈਂ TR to PR ਪ੍ਰੋਗਰਾਮ ਜਿੱਦਾਂ ਪਿਛਲੇ ਸਾਲ ਕੀਤਾ ਸੀਗਾ ਉਹ ਇੱਕ ਲਾਂਚ ਕਰੂੰਗਾ ਸਮਰ ਦੇ ਵਿੱਚ। ਜੋ ਵੀ ਕੈਟਾਗਰੀ ਉਹਨਾਂ ਕੋਲ ਇਹ ਗੁੰਜਾਇਸ਼ ਹੈਗੀ ਹੈ ਕਿ ਜੇ ਮੈਂ ਸਪੈਸੀਫਿਕ ਬਣਾ ਦਿੰਦਾ ਬਿੱਲ ਕਿ ਬਿਲਕੁਲ ਹਾਈ ਲੈਂਗੁਏਜ ਆ ਹੈਗੀ ਆ, ਉਹਦੇ ਨਾਲ ਫਿਰ ਜੇ ਵਿਗਨ ਕੋਈ ਹੁੰਦਾ ਜਾਂ ਚੈਲੰਜ ਹੋ ਜਾਂਦਾ ਜਾਂ ਲੈਵਲਸ ਪਲਾਨ ਜਿਹੜੇ ਸਾਲ ਦੇ 4,34,000 ਵਿਅਕਤੀ ਇਕੱਲੇ ਆਉਣੇ ਕੈਨੇਡਾ ਦੇ ਵਿੱਚ, ਉਹਦੇ ਵਿੱਚ ਫਿੱਟ ਨਾ ਹੁੰਦੇ ਤਾਂ ਉਹ ਫਿਰ ਪਾਸ ਨਹੀਂ ਸੀ ਹੋਣਾ। ਇਹਦੇ ਵਿੱਚ ਉਹਦੇ ਕੋਲ ਰੂਮ ਥੋੜ੍ਹਾ ਜਿਹਾ ਹੈਗਾ ਕਿ ਉਹ ਐਡਜਸਟ ਕਰ ਸਕਦਾ ਕਿੰਨੇ ਹਜ਼ਾਰ ਇਸ ਸਾਲ ਕਰਨੇ ਆ। ਫੋਰ ਐਗਜ਼ਾਮਪਲ ਜੇ ਜੋ ਬਾਹਰੋਂ ਨਹੀਂ ਅਜੇ ਨਵੇਂ ਆਉਂਦੇ ਤਾਂ ਪੁਰਾਣਿਆਂ ਨੂੰ ਪੁਸ਼ ਆਊਟ ਕਰ ਸਕਦਾ, ਜਲਦੀ ਕਰ ਸਕਦਾ। ਕਿੰਨੇ ਉਹ ਨੈਕਸਟ ਈਅਰ ਕਰਨੇ ਲੈਵਲਸ, ਨੈਕਸਟ ਈਅਰ ਆਸ ਹੈ ਕਿ 4,34,000 ਤੋਂ ਵੀ ਵੱਧ ਹੋਊਗਾ, ਕਿਉਂਕਿ ਆਲਮੋਸਟ 1 ਮਿਲੀਅਨ ਸਾਡੇ ਕੋਲ ਵਰਕਰਾਂ ਦੀ ਸ਼ੋਰਟੇਜ ਹੈ ਕੈਨੇਡਾ ਦੇ ਵਿੱਚ। ਸੋ ਆਉਣ ਵਾਲੇ 3 ਸਾਲਾਂ 'ਚ ਐਡ ਕਰਕੇ ਉਹਨਾਂ ਨੂੰ ਕੀਤੇ ਜਾਣਗੇ। ਜੀ ਰਣਦੀਪ ਜੀ, ਜਦੋਂ ਅਸੀਂ ਬਿੱਲ ਪੜ੍ਹਿਆ, ਜਦੋਂ ਕੱਲ ਸਾਡੇ ਤੱਕ ਬਿੱਲ ਪਹੁੰਚਿਆ, ਉਹਦਾ ਜਿਹੜਾ ਮੋਸ਼ਨ ਦਾ ਸਾਰਾ ਸੀ ਪਾਰਟ ਦੇਖ ਰਹੇ ਸੀਗੇ, ਉਹਦੇ ਵਿੱਚ ਕੈਟਾਗਰੀਜ਼ ਦੇ ਨਾਲ ਇਹ ਚੀਜ਼ ਮੈਂਸ਼ਨ ਕੀਤੀ ਸੀ ਵੀ ਬਰਥ ਰੇਟ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਉਹ ਬਹੁਤ ਘੱਟ ਹੈ, ਜਿਹਦੇ ਕਰਕੇ ਇਦਾਂ ਦੇ ਫੈਸਲੇ ਹੁਣ ਲੈਣੇ ਪੈ ਰਹੇ ਨੇ। ਸੋ ਇੱਕ ਤਾਂ ਇਹ ਰੀਜ਼ਨ ਹੋ ਗਿਆ, ਹੋਰ ਕਿਹੜੇ ਕਾਰਨ ਹੈ ਜਿਹੜੇ ਇਹਦੇ ਵਿੱਚ ਮੇਨ ਐਡ ਕੀਤੇ ਗਏ ਨੇ ਜਿਨ੍ਹਾਂ ਕਰਕੇ ਇਹ ਫੈਸਲਾ ਜਿਹੜਾ ਕਰਨਾ ਪਿਆ? ਸ਼ੋਰ, ਸੋ ਦੇਖੋ ਵਰਲਡ ਵਾਈਡ ਜਿੰਨੀਆਂ ਵੀ ਡਿਵੈਲਪ ਕੰਟਰੀਆਂ ਜਾਂ ਸਾਰਿਆਂ ਨੂੰ ਇਸ ਵੇਲੇ ਮੁਸ਼ਕਲ ਆ ਰਹੀ ਆ ਵਰਕਰਾਂ ਦੀ, ਔਰ ਰਿਟਾਇਰਮੈਂਟ ਏਜ ਜਿਹੜੇ ਬੇਬੀ ਬੂਮਰ ਜਿਹੜੇ ਕਿ ਕਹਿ ਲਓ ਵਰਲਡ ਵਾਰ 2 ਤੋਂ ਬਾਅਦ ਬੋਰਨ ਹੋਏ ਸੀਗੇ, 1947 ਤੋਂ ਬਾਅਦ ਬੱਚੇ ਬੋਰਨ ਹੋਏ, ਉਹ ਲਾਰਜੈਸਟ ਇੰਪਲੋਇਮੈਂਟ ਕੈਟਾਗਰੀ ਨਾਰਥ ਅਮਰੀਕਾ, ਯੂਰਪ, ਜਿੱਥੇ ਵੀ ਲੋਕ ਵਾਰ ਤੇ ਗਏ ਸੀਗੇ ਉਹਨਾਂ ਦੇ ਬਰਥ ਰੇਟ ਸੀ ਔਰ ਲਾਰਜੈਸਟ ਪਾਪੂਲੇਸ਼ਨ ਸੀ। ਹੁਣ ਕੀ ਹੋ ਗਿਆ ਕਿ ਉਹਨਾਂ ਦੇ ਗਾਂ ਬੱਚੇ ਜਿਹੜੇ ਬਰਥ ਰੇਟ ਆ ਅਰਬਨ ਸੈਂਟਰਾਂ ਦੇ ਵਿੱਚ ਖਾਸ ਕਰਕੇ ਬਹੁਤ ਘਟ ਗਏ ਆ, ਔਰ ਉਹ ਜਿਹੜੇ ਸੀਨੀਅਰ ਬੇਬੀ ਬੂਮਰ ਉਹ ਰਿਟਾਇਰ ਹੋ ਰਹੇ ਆ ਇਸ ਵੇਲੇ ਹੁਣ ਪੀਕ 'ਚ, ਤਕਰੀਬਨ ਈਅਰ 5 ਕਹਿ ਲਓ ਉਹਨਾਂ ਦੇ ਪੀਕ ਬਰਥ ਰੇਟ ਦੇ ਵਿੱਚ ਹੈਗਾ, ਔਰ ਉਹ 10% ਉਹਨਾਂ ਦੇ ਵਿੱਚੋਂ ਹਰ ਸਾਲ ਰਿਟਾਇਰ ਹੋ ਰਿਹਾ ਆ। ਔਰ ਜਿੱਥੇ ਅੱਗੇ 6 ਵਿਅਕਤੀ ਕੰਮ ਕਰਦੇ ਸੀ ਤਾਂ 1 ਪੈਨਸ਼ਨ ਤੇ ਹੁੰਦਾ ਸੀਗਾ, ਹੁਣ 3 ਜਣੇ ਕੰਮ ਕਰਦੇ ਤਾਂ 1 ਪੈਨਸ਼ਨ ਤੇ ਆ। ਤੇ ਜੇ ਅਸੀਂ ਨਹੀਂ ਇਮੀਗ੍ਰੇਸ਼ਨ ਹੋਰ ਇੰਕਰੀਜ਼ ਕਰਦੇ, ਲੋਕਾਂ ਨੂੰ ਪੱਕੇ ਕਰਦੇ ਤਾਂ 1 to 1 ਹੀ ਆਲਮੋਸਟ ਹੋ ਜਾਣਾ ਜਾਂ 2 to 1 ਹੋ ਜਾਣਾ, ਜਿਹਦੇ ਨਾਲ ਫਿਰ ਆਬਵੀਅਸਲੀ ਸਪੋਰਟ ਕਰਨਾ ਇੰਨਾ ਬਹੁਤ ਔਖਾ ਬਰਡਨ ਹੋ ਜਾਣਾ ਜਿਹੜੇ ਕੰਮ ਕਰਦੇ ਆ। ਸੋ ਆਬਵੀਅਸਲੀ ਵੀ ਨੀਡ ਬਰਥ ਰੇਟ ਵੈਨਕੂਵਰ, ਟੋਰਾਂਟੋ, ਕੈਲਗਰੀ ਦੇ ਵਿੱਚ 1 ਬੱਚਾ ਪਰ 2 ਕਪਲ ਦੇ ਮਗਰ ਹੀ ਸਿਰਫ ਹੋ ਰਿਹਾ। ਸੋ 50% ਰਿਡਕਸ਼ਨ ਹੈ ਆਲਮੋਸਟ ਉਹਨਾਂ ਦੀ, ਤੇ ਕੈਨੇਡਾ ਦਾ ਓਵਰਆਲ ਐਵਰੇਜ 1.6 ਆ। ਸੋ ਇਸ ਵੇਲੇ ਇਮੀਗ੍ਰੇਸ਼ਨ ਦੇ ਨਾਲ ਹੀ 100% ਸਾਡਾ ਜਿਹੜਾ ਗਰੋਥ ਆ ਵਰਕਫੋਰਸ 'ਚ, ਔਰ 75% ਬਰਥ ਰੇਟ ਦੇ ਵਿੱਚ ਡਿਪੈਂਡੈਂਟ ਆ ਸੋਲਲੀ ਔਨ ਇਮੀਗ੍ਰੇਸ਼ਨ।
ਇਸ ਵੇਲੇ 970,000 ਜੌਬਸ ਦੀ ਕ੍ਰਾਸ ਕੈਨੇਡਾ ਸ਼ੋਰਟੇਜ ਹੈ। ਐਗਜ਼ਾਮਪਲ ਕਬੈਕ ਦੇ ਵਿੱਚ ਆਈ ਥਿੰਕ 170,000 ਤਾਂ ਕਬੈਕ ਨੂੰ ਹੀ ਵਰਕਰ ਚਾਹੀਦੇ ਆ। ਔਰ ਜਿੱਥੇ ਉਹਨਾਂ ਦਾ ਕੈਲਕੂਲੇਟ ਕਰਕੇ ਉਹਨੂੰ ਇਕੋਨੋਮਿਸਟ ਨੇ ਕੱਢਿਆ ਸੀ, ਉਹਨਾਂ ਨੂੰ 18 ਬਿਲੀਅਨ ਦਾ ਆਲਰੇਡੀ ਨੁਕਸਾਨ ਹੋ ਗਿਆ ਕਿ ਉਹ ਉਹਨਾਂ ਦੇ ਗਾਹਕ ਹੈਗੇ ਆ, ਗੁੱਡਸ ਵੇਚ ਸਕਦੇ ਸੀਗੇ, ਪਰ ਕਿਉਂਕਿ ਕੰਮ ਇਹ ਨਹੀਂ ਗੇ, ਉਹਨਾਂ ਕੋਲ ਹੁੰਦਾ ਨਹੀਂ। ਸੋ ਉਹਦੇ ਨਾਲ ਮਹਿੰਗਾਈ ਵੀ ਹੋ ਰਹੀ ਆ। ਮਹਿੰਗਾਈ ਕਿਉਂਕਿ ਵਰਕਰ ਨਹੀਂ ਜਦੋਂ ਹੈਗੇ ਤਾਂ ਸੇਮ ਰੈਸਟੋਰੈਂਟ ਨੂੰ ਉਹਨੂੰ ਵੱਧ ਪੈਸੇ ਦੇਣੇ ਪੈਂਦੇ ਰੱਖਣੇ। ਤੁਹਾਨੂੰ ਜਦੋਂ ਤੁਸੀਂ ਖਾਣਾ ਆਰਡਰ ਕਰਨਾ ਵੱਧ ਦੇਣੇ ਪੈਣੇ ਆ। ਟਰੱਕ ਡਰਾਈਵਰ ਨੇ ਜੇ ਟਰਾਂਸਪੋਰਟ ਕਰਨਾ ਕ੍ਰਾਸ ਕਰਨਾ ਉਹਨੂੰ ਵੱਧ ਦੇਣੇ ਪੈਣੇ। ਸੋ ਆਲ ਉਹ ਟ੍ਰਿਕਲ ਇਫੈਕਟ। ਸੋ ਉਹਦੇ ਕਰਕੇ ਬਹੁਤ ਜ਼ਰੂਰਤ ਹੈਗੀ ਹੈ। ਥਰਡ ਜਿਹੜਾ ਰੀਜ਼ਨ ਆ ਆਈ ਥਿੰਕ ਜਿਹੜਾ ਕਿ ਮੇਨਲੀ ਕੈਨੇਡੀਅਨ ਰੀਜ਼ਨ ਆ, ਕਿਉਂਕਿ ਦੇਖੋ ਦੁਬਈ ਦੇ ਵਿੱਚ ਵੀ ਤੁਸੀਂ ਚੱਲ ਜਾਓ, ਉਹ ਵੀ ਤੁਹਾਨੂੰ ਵਰਕ ਪਰਮਿਟ ਦਿੰਦੇ ਆ, ਤੁਸੀਂ 10 ਸਾਲ ਕੰਮ ਕਰੀ ਜਾਓ, ਪਰ ਉਹ ਪੱਕੇ ਨਹੀਂ ਕਰਦੇ। ਕੈਨੇਡਾ ਦੀ ਇਹ ਇੱਕ ਬਹੁਤ ਡਿਫਰੈਂਟ ਥਿੰਕਿੰਗ ਆ ਕਿ ਖਾਸ ਕਰਕੇ ਸਾਡੀ ਲਿਬਰਲ ਗਵਰਨਮੈਂਟ ਦੀ, ਕਿ ਅਸੀਂ ਨੇਸ਼ਨ ਬਿਲਡਿੰਗ ਇਮੀਗ੍ਰੇਸ਼ਨ ਵਿੱਚ ਚੱਲਦੇ, ਜਿਹੜੀ ਦੇਸ਼ ਨੂੰ ਬਣਾਉਂਦੀ ਆ। ਉਹ ਜੇ ਤੁਸੀਂ ਦੇਸ਼ ਨੂੰ ਬਣਾਉਣਾ, ਤੁਹਾਨੂੰ ਪਿਆਰ ਮੁਹੱਬਤ ਵੀ ਤੁਹਾਨੂੰ ਦੇਸ਼ ਨਾਲ ਹੋਣਾ ਪਊਗਾ। ਉਹ ਜਦੋਂ ਤੁਸੀਂ PR ਬਣ ਜਾਂਦਾ, ਸਿਟੀਜ਼ਨ ਬਣ ਜਾਂਦੇ, ਤੁਹਾਨੂੰ ਫਿਰ ਭੁੱਖ ਤੁਹਾਡੇ ਇਹ ਨਹੀਂ ਰਹਿੰਦੀ ਕਿ ਜੀ ਆਈ ਮੈਂ ਇੰਡੀਅਨ ਜਾਂ ਮੈਂ ਪਾਕਿਸਤਾਨੀ ਜਾਂ ਮੈਂ ਹੋਰ, ਤੁਹਾਨੂੰ ਇਹ ਹੁੰਦਾ ਕਿ ਆਈ ਮੈਂ ਕੈਨੇਡੀਅਨ। ਤਾਂ ਤੁਹਾਨੂੰ ਕੈਨੇਡਾ ਦੇ ਵਿੱਚ ਹੀ ਪਿਆਰ ਪੈਂਦਾ। ਤੁਸੀਂ ਇਨਵੈਸਟ ਵੀ ਆਪਣੇ ਪੈਸੇ ਕੈਨੇਡਾ 'ਚ ਹੀ ਕਰਦੇ, ਤੁਸੀਂ ਬੱਚਿਆਂ ਦਾ ਭਵਿੱਖ ਵੀ ਇੱਥੇ ਦੇਖਦੇ। ਉਹ ਚੀਜ਼ ਕਰਕੇ ਸਾਡਾ ਫਰਜ਼ ਵੀ ਬਣਦਾ ਕਿ ਅਸੀਂ ਇਮੀਗ੍ਰੇਸ਼ਨ ਜਦੋਂ ਅਸੀਂ ਪਲਾਨ ਕਰਦੇ ਹਾਂ ਤਾਂ ਅਸੀਂ ਇਮੀਗ੍ਰੇਸ਼ਨ ਪੱਕੇ ਤੌਰ 'ਤੇ ਪਲਾਨ ਕਰੀਏ। ਇਹ ਕਿਉਂਕਿ ਲਾਸਟ 10 ਸਾਲਾਂ ਦੇ ਵਿੱਚ ਤਕਰੀਬਨ ਟੈਂਪਰੇਰੀ ਫੋਰਨ ਵਰਕ ਪਰਮਿਟ ਪ੍ਰੋਗਰਾਮ ਵਧਿਆ ਅਤੇ ਤਰੱਕੀ ਕੀਤੀ ਆ। ਇਹਦੇ ਵਿੱਚ ਜਦੋਂ ਅਸੀਂ ਬਾਕੀਆਂ ਦੇ ਰਾਹ ਖੋਲ੍ਹਤੇ ਸੀਗੇ, ਇਹ ਜਿਹੜੇ ਕੈਟੇਗੋਰੀਆਂ ਸਾਡੇ ਕੋਲ ਰਹਿ ਗਈਆਂ ਸੀਗੀਆਂ, ਮੈਂ ਔਰ ਸਾਡੀ ਸਰਕਾਰ ਨੇ ਮਹਿਸੂਸ ਕੀਤਾ ਕਿ ਫੇਅਰ ਨਹੀਂ, ਉਹਨਾਂ ਵਾਸਤੇ ਵੀ ਸਾਧਨ ਖੁੱਲ੍ਹਣੇ ਚਾਹੀਦੇ ਆ ਕਿ ਉਹਨੇ ਵੀ ਕੰਟਰੀਬਿਊਟ ਕੀਤਾ। ਔਰ ਦਿਸ ਪੈਂਡੈਮਿਕ ਦੇ ਵਿੱਚ ਹੋਰ ਵੀ ਜ਼ਾਹਰ ਹੋਇਆ ਕਿ ਜਿਹੜੇ ਟਰੱਕਿੰਗ ਇੰਡਸਟਰੀ, ਜਿਹੜੇ ਆਪਣੇ ਕੈਸ਼ੀਅਰਸ ਹੈਗੇ ਆ, ਜਿਹਨੀ ਆਪਣੇ ਹਸਪੀਟਲ ਕੇਅਰ ਫੈਸਿਲਿਟੀਆਂ 'ਚ ਔਰਤਾਂ ਨੇ ਖਾਸ ਕਰਕੇ ਕੰਮ ਕੀਤਾ, ਕੇਅਰ ਗਿਵਰਸ, ਕਿ ਉਹ ਕੋ ਘੱਟ ਆ ਕੰਪਿਊਟਰ ਪ੍ਰੋਗਰਾਮਰ ਨਾਲੋਂ ਜਾਂ ਕੋਈ ਸੁਪਰਵਾਈਜ਼ਰ ਨਾਲੋਂ, ਉਹਨਾਂ ਦੀ ਵੀ ਦੇਣ ਉਨੀ ਸੀਗਾ, ਉਹ ਵੱਧ ਸੀ ਐਤਕੀ। ਸੋ ਉਸ ਨੂੰ ਦੇਖਦਿਆਂ ਹੋਇਆ ਇਹ ਬਿੱਲ ਅਸੀਂ ਪੇਸ਼ ਕੀਤਾ, ਔਰ ਤਦੇ ਸਾਰਿਆਂ ਨੇ ਸਪੋਰਟ ਵੀ ਕੀਤੀ ਇਹਦੀ। ਰਣਦੀਪ ਜੀ, ਟਰੱਕਿੰਗ ਵਾਲਿਆਂ ਦੀ ਤੁਸੀਂ ਗੱਲ ਕੀਤੀ, ਟਰੱਕ ਡਰਾਈਵਰ ਜਿਹੜੇ ਨੇ ਉਹ ਵੀ, ਉਹਨਾਂ ਦੇ ਵੀ ਸਵਾਲ ਕੁਛ ਆਏ ਸੀਗੇ, ਕਿਉਂਕਿ ਕਈ ਟਰੱਕ ਵਾਲੇ ਤਾਂ ਜਿਹੜਾ ਲੈਂਗੁਏਜ ਕੋਰਸ ਹੈ ਉਹ ਕਰ ਲੈਂਦੇ ਨੇ ਪਾਸ, ਉਹ ਕਰ ਲੈਂਦੇ ਨੇ ਪੁਆਇੰਟਸ ਆਪਣੇ। ਕਈ ਬਹੁਤ ਵੱਡੀ ਕੈਟਾਗਰੀ ਜਿਹੜੀ ਉਹ ਨਹੀਂ ਕਰ ਪਾਉਂਦੀ, ਤਾਂ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਦਿੱਕਤ ਸੀ ਕਿ ਸਾਡਾ ਕੀ ਬਣੂਗਾ। ਉਹ ਇਸ ਕੈਟਾਗਰੀ ਦੇ ਵਿੱਚ ਕਿਵੇਂ ਫਿੱਟ ਕੀਤੇ ਜਾ ਰਹੇ ਨੇ? ਹਾਂਜੀ, ਸੋ ਅਗੇਨ ਮੈਂ ਜਿਵੇਂ ਐਗਜ਼ਾਮਪਲ ਦਿੱਤਾ, ਉਹਨਾਂ ਦਾ ਹਾਈ ਹੈ ਕਿ ਇੱਕ ਟਰੱਕ ਡਰਾਈਵਰ ਉਹਦੀ ਕੰਮ ਕਰਦਾ, ਉਹਦੇ ਕੋਲ ਗ੍ਰੈਜੂਏਟ ਡਿਗਰੀ ਹੈਗੀ, ਉਹ ਸਕਿੱਲ ਲੈਵਲ ਉਹਦੇ ਨਾਲ ਪੁਆਇੰਟ ਵੱਧ ਜਾਂਦੇ, ਉਹਦੀ ਆਈਲੈਟਸ ਵੀ ਚੰਗਾ। ਤਾਂ ਦੂਸਰਾ ਸੇਮ ਹੀ ਕੰਪਨੀ ਨਾਲ ਕੰਮ ਕਰਦਾ, ਉਹ 12ਵੀਂ ਤੇ ਹੁਣ ਕਲਾਸ 1 ਕੀਤਾ, ਉਹਦੇ ਇੰਗਲਿਸ਼ ਥੋੜ੍ਹੀ ਘੱਟ ਆ। ਸੋ ਉਹਨਾਂ ਨੂੰ ਵੀ ਕੀਤਾ ਜਾਊਗਾ। ਉਹ ਸ਼ਾਇਦ ਉਹਨੂੰ ਸਾਲ ਜਾਂ 2 ਸਾਲ ਵੱਧ ਲਾਉਣੇ ਪਊਗੇ, ਕਿਉਂਕਿ ਉਹਦੇ ਪੁਆਇੰਟ ਕੈਨੇਡੀਅਨ ਐਕਸਪੀਰੀਅੰਸ ਦੇ ਨਾਲ ਵਧੂਗੇ। ਸੋ ਉਹਦੇ ਕੋਲ ਜੇ ਲੈਂਗੁਏਜ ਦੇ ਨਹੀਂ ਹੈਗੇ, ਦੂਸਰੇ ਕੋਲ ਹੈਗੇ, ਉਹ ਜਲਦੀ ਹੋ ਜਾਊਗਾ। ਪਰ ਉਹ ਸਾਲ ਉਹਨ ਵੱਧ ਕੰਮ ਕੀਤਾ ਜਾਂ 2 ਸਾਲ ਵੱਧ ਕੰਮ ਕੀਤਾ, ਉਹ ਉਧਰੋਂ ਆਪਣੇ ਪੁਆਇੰਟ ਪੂਰੇ ਕੀਤੇ ਜਾਊਗੇ। ਸੋ ਇਸ ਟਾਈਪ ਆਫ ਐਡਜਸਟਮੈਂਟ ਕੀਤੀ ਜਾਊਗੀ। ਸੇਮ ਵਿਦ ਲੈਂਗੁਏਜ, ਜਿੱਥੇ ਲੈਂਗੁਏਜ ਥੋੜ੍ਹੀ ਸਕਿੱਲ ਦੇ ਨਾਲ ਕੰਮ ਚੱਲਦਾ ਤੁਹਾਡਾ ਔਰ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਹੈਗੀ, ਉੱਥੇ ਆਈਲੈਟਸ ਦੇ ਸਕੋਰ ਰਿਡਿਊਸ ਕੀਤੇ ਜਾਣਗੇ ਤਾਂ ਕਿ ਉਹ ਉਸ ਤਰੀਕੇ ਦੇ ਨਾਲ ਪੱਕੇ ਹੋ ਜਾਣ। ਜੀ ਰਣਦੀਪ ਜੀ, ਹੁਣ ਇਹ ਸਾਰੀ ਜਾਣਕਾਰੀ ਜਿੰਨੀ ਵੀ ਤੁਸੀਂ ਦਿੱਤੀ ਹੈ, ਇਹਦੇ ਵਿੱਚ ਇਹ ਆ ਵੀ ਇੱਕਦਮ ਕੱਲ ਸਾਰੇ ਲੋਕ ਖੁਸ਼ ਹੋ ਗਏ ਸੀ, ਹਰ ਕੈਟਾਗਰੀ। ਹੁਣ ਇਹ ਗੱਲ ਪਹਿਲਾਂ ਵੀ ਜਦੋਂ ਮੋਸ਼ਨ ਪਹਿਲਾਂ ਵੀ ਜਦੋਂ ਜ਼ਿਕਰ ਕੀਤਾ ਗਿਆ ਸੀਗਾ, ਲੋਕੀ ਉਦੋਂ ਵੀ ਬਹੁਤ ਜ਼ਿਆਦਾ ਖੁਸ਼ ਹੋ ਗਏ ਸੀ ਕਿ ਕੈਨੇਡਾ 'ਚ ਰਹਿੰਦੇ ਜਿਹੜੇ ਸਾਰੇ ਟੈਂਪਰੇਰੀ ਵਰਕਰਸ ਹੈ ਉਹ ਪੱਕੇ ਹੋ ਜਾਣੇ ਨੇ। ਹੁਣ ਤਾਂ ਚਲੋ ਬਿੱਲ ਪਾਸ ਹੋ ਗਿਆ, ਉਦੋਂ ਦੀ ਖਬਰ ਵੀ ਸੇਮ ਇੱਦਾਂ ਹੀ ਸੀ ਜਦੋਂ ਪਾਸ ਨਹੀਂ ਹੋਇਆ ਸੀ, ਤੇ ਅੱਜ ਦੀ ਖਬਰ ਜਿਹੜੀ ਹੈ ਥੋੜੀ ਐਕਸਟਰਾ ਲੱਗ ਰਹੀ ਸੀਗੀ ਸਾਰਿਆਂ ਨੂੰ ਵੀ ਬਸ ਹੁਣ ਪੱਕੇ ਹੋ ਜਾਣਾ। ਪਰ ਕਿਉਂਕਿ ਟਾਈਮਿੰਗ ਜਿਹੜੀ ਹੈ, ਸਮਾਂ ਕੋਈ ਮਿੱਥਿਆ ਨਹੀਂ ਗਿਆ, ਸਮਾਂ ਹੱਦ ਕੋਈ ਨਹੀਂ ਦਿੱਤੀ ਗਈ। ਇਨ ਬਿਟਵੀਨ ਲੱਗਦਾ ਹੈ ਕਿ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਜਲਦੀ ਹੀ ਕੋਈ ਅਨਾਊਂਸਮੈਂਟ ਕਰਕੇ ਜਿਹੜਾ ਓਵਰਆਲ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਖਾਕਾ ਤਿਆਰ ਕਰਨਾ ਸੀ, ਕਿਵੇਂ ਕੈਟਾਗਰੀਜ਼ ਵੰਡੀਆਂ ਜਾਣੀਆਂ, ਕਿੰਨੇ ਸਮੇਂ ਦੇ ਵਿੱਚ ਕੀ ਸਭ ਹੋਏਗਾ, ਕੀ ਉਹ ਪਲਾਨ ਸਾਡੇ ਸਾਹਮਣੇ ਜਲਦੀ ਹੋਏਗਾ ਸਾਰਾ? ਹਾਂਜੀ, ਉਹ ਜਲਦੀ ਆਈ ਥਿੰਕ ਉਹ ਆਉਣ ਵਾਲੇ 3 ਤੋਂ 4 ਮਹੀਨਿਆਂ ਦੇ ਵਿੱਚ ਹੀ ਹੋਊਗਾ। ਸੋ ਆ ਸਮਰ ਦੇ ਐਂਡ ਤੱਕ ਸਾਨੂੰ ਉਹ ਜ਼ਾਹਰ ਹੋ ਜਾਊਗਾ ਸਾਰੇ ਕੀ ਹੈਗੇ ਆ। ਔਰ ਯਾਦ ਰੱਖੀਏ, ਅਸੀਂ ਲਾਸਟ ਈਅਰ ਵੀ ਆਲਮੋਸਟ 1,90,000 ਇਸੇ ਤਰੀਕੇ ਦੇ ਨਾਲ ਜਿਹੜੇ ਕੁਇਕ ਫਾਸਟ ਲੋਅਰ ਪੁਆਇੰਟਾਂ ਦੇ ਨਾਲ ਕੀਤੇ ਆ। ਆਸ ਹੈ ਕਿ ਇਸ ਸਾਲ ਵੀ ਸਿਮਿਲਰਲੀ ਇੱਕ ਬਲਕ ਤੌਰ ਤੇ ਵੀ ਕੀਤੇ ਜਾਓਗੇ। ਬਾਕੀ ਮੇਨ ਗੋਲ ਜਿਹੜਾ ਹੈਗਾ ਕਿ ਇਹ ਲੌਂਗ ਟਰਮ ਫਿਕਸ ਹੈ, ਸ਼ਾਰਟ ਟਰਮ ਫਿਕਸ ਨਹੀਂ ਹੈਗਾ, ਇਹ ਲੌਂਗ ਟਰਮ ਨੂੰ ਫਿਕਸ ਕਰਨ ਵਾਸਤੇ ਹੈਗਾ। ਜੀ
ਬਿਲਕੁਲ। ਸੋ ਚਲੋ ਆਖਰੀ ਸਮੇਂ ਦੇ ਵਿੱਚ ਕੁਝ ਕਾਲਰਸ ਦੀਆਂ ਕਾਲ ਆ ਰਹੀਆਂ ਨੇ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਸਵਾਲ ਆਪਣੇ ਰਹਿ ਗਏ ਆਪਾਂ ਉਹ ਵੀ ਕਰ ਸਕੀਏ ਇਹਦੇ ਤੇ। ਰਣਦੀਪ ਜੀ, ਇੱਕ ਚੀਜ਼ ਹੋਰ ਹੈ, ਜਦੋਂ ਇਹ PR ਲੱਗਣੀ ਹੈ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤਾਂ ਸਾਨੂੰ ਕਲੀਅਰ ਕਰ ਦਿੱਤੀਆਂ ਵੀ ਪੁਆਇੰਟਸ ਬੇਸ ਔਰ ਕਿਵੇਂ ਕਿਸੇ ਦੀ ਐਜੂਕੇਸ਼ਨ ਹਰ ਚੀਜ਼ ਦਾ ਖਿਆਲ ਰੱਖ ਕੇ ਉਹਨਾਂ ਨੂੰ ਕੈਟਾਗਰੀਜ਼ ਦੇ ਵਿੱਚ ਫਿਟ ਕੀਤਾ ਜਾਏਗਾ ਪੱਕੇ ਕਰਨ ਦੇ ਵਿੱਚ। ਹੋਰ ਇਸ ਤੋਂ ਇਲਾਵਾ ਕਿਹੜੀਆਂ ਖਾਸ ਚੀਜ਼ਾਂ ਜਿਨ੍ਹਾਂ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਏਗਾ, ਕਿਉਂਕਿ ਬਹੁਤ ਤਰ੍ਹਾਂ ਦੇ ਲੋਕ ਹੈ, ਇੰਨੀਆਂ ਕੈਟਾਗਰੀਜ਼ ਹੈ, ਸ਼ਾਇਦ 1 ਘੰਟਾ ਵੀ ਇੰਟਰਵਿਊ ਅਸੀਂ ਕਰ ਲਈਏ ਤੇ ਉਹ ਖਤਮ ਨਹੀਂ ਹੋਣੀਆਂ, ਹੈ ਨਾ। ਸੋ ਆਮ ਜਿਹੜੇ ਲੋਕ ਨੇ ਜਿਹੜੇ ਸਿੰਪਲ ਲੈਂਗੁਏਜ ਦੇ ਵਿੱਚ ਸਮਝਣਾ ਚਾਹੁੰਦੇ ਨੇ ਉਹਨਾਂ ਵਾਸਤੇ ਕੀ ਹੈ, ਕਿਹੜੇ ਲੋਕਾਂ ਦੀ ਫਾਈਲ ਜਿਹੜੀ ਹੈ ਇਸ ਵੇਲੇ ਪ੍ਰਾਇੋਰਟੀ ਦੇ ਉੱਤੇ ਜਿਹੜੀ ਹੈ ਉਹ ਦੇਖੀ ਜਾਏਗੀ? ਤੇ ਕਿਉਂਕਿ ਲੋਕਾਂ ਦਾ ਬੈਕਲੌਗ ਵੱਲ ਵੀ ਧਿਆਨ ਜਾ ਰਿਹਾ, ਕੁਝ ਲੋਕਾਂ ਦੇ ਸਵਾਲਾਂ 'ਚ ਰਣਦੀਪ ਜੀ ਇਹ ਚੀਜ਼ ਆਈ ਵੀ ਇਹਨਾਂ ਨੇ ਤਾਂ ਪਹਿਲਾਂ ਬੈਕਲੌਗ ਕਲੀਅਰ ਕਰਨਾ ਹੈ, ਹੁਣ ਉਹਦੇ ਟੈਂਪਰੇਰੀ ਵਰਕਰ ਵੀ ਬਹੁਤ ਸਾਰੇ ਪਹਿਲਾਂ ਦੇ ਬਹੁਤ ਸਮੇਂ ਦੀਆਂ ਫਾਈਲਾਂ ਲੱਗੀਆਂ। ਹੁਣ ਥੋੜਾ ਜਿਹਾ ਪਲੀਜ਼ ਇਹ ਸਾਨੂੰ ਦੱਸ ਦਿਓ। ਸੋ ਜਿੱਥੇ ਬੈਕਲੌਗ ਦੀ ਗੱਲ ਆਉਂਦੀ ਹੈ, ਜਿਹੜੇ ਬੈਕਲੌਗ ਤਕਰੀਬਨ ਕੋਵਿਡ ਕਰਕੇ, ਕਿਉਂਕਿ ਜਿਹੜੇ ਵਿਅਕਤੀ ਕੰਮ ਕਰਦੇ ਉਹ ਕੋਵਿਡ ਕਰਕੇ ਕੰਮ ਨਹੀਂ ਸੀ ਕਰ ਰਹੇ, ਦਫ਼ਤਰਾਂ ਤੋਂ ਘਰੋਂ ਕਰਦੇ, ਉਹਦੇ ਨਾਲ ਕਾਫੀ ਲਿਮਿਟਿਡ ਕੈਪੈਸਿਟੀ ਸਿਕਿਉਰਿਟੀ ਕਲੀਅਰੈਂਸ ਕਰਕੇ ਜਿਹੜੇ ਦੇਸ਼ ਤੋਂ ਬੈਕਗਰਾਊਂਡ ਸਿਕਿਉਰਿਟੀ ਕਰਨੀ, ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਦੁਬਈ ਤੋਂ, ਉੱਥੇ ਵੀ ਕੋਵਿਡ ਕਰਕੇ ਸ਼ਰਤਾਂ ਲੋਕ ਜਾ ਕੇ ਚੈੱਕ ਨਹੀਂ ਸੀ ਕਰ ਸਕਦੇ। ਸੋ ਉਹ ਜਿਹੜਾ ਬੈਕਲੌਗ ਵਾਸਤੇ ਤਕਰੀਬਨ 550 ਵਿਅਕਤੀ ਹੋਰ ਇਮੀਗ੍ਰੇਸ਼ਨ ਹਾਇਰ ਕੀਤਾ। ਉਹਨਾਂ ਨੂੰ 86 ਮਿਲੀਅਨ ਮੇਰੇ ਖਿਆਲ ਹੁਣ ਫੇਰ ਪਾਸ ਹੋ ਗਿਆ, ਜਿਹੜਾ ਕਿ ਫਾਲ ਦੇ ਵਿੱਚ ਹੋਣਾ ਸੀ, ਪਰ ਦੂਸਰੀਆਂ ਪਾਰਟੀਆਂ ਨੇ ਕਾਫੀ ਟਾਈਮ ਲਾਤਾ ਡਿਲੀਬਰੇਸ਼ਨ ਪਾਸ ਹੋਣ ਨੂੰ, ਉਹਦੇ ਨਾਲ ਹੋਰ ਟ੍ਰੇਨ ਕਰਨਗੇ। ਸੋ ਆਫਿਸਰ ਕਾਫੀ ਟ੍ਰੇਨ ਹੋ ਗਿਆ ਜਿਨ੍ਹਾਂ ਨੇ ਉਹਨੂੰ ਹੁਣ ਪ੍ਰੋਸੈਸਿੰਗ ਨੂੰ ਜਲਦੀ ਕੀਤਾ ਜਾਊਗਾ। ਸਿਮਿਲਰਲੀ ਪਾਸਪੋਰਟ ਆਫਿਸ ਦੇ ਵਿੱਚ ਵੀ 550 ਵਿਅਕਤੀ ਹਾਇਰ ਦਸੰਬਰ 'ਚ ਕੀਤਾ ਗਿਆ ਸੀ, ਉਹ ਟ੍ਰੇਨਿੰਗ ਦੇ ਕੇ ਅਪ੍ਰੈਲ ਦੇ ਐਂਡ ਤੇ ਹੀ ਫਿਨਿਸ਼ ਹੋਇਆ। ਸੋ ਆਸ ਕਰਦੇ ਉੱਧਰੋਂ ਵੀ ਜਲਦੀ ਨਾ ਪ੍ਰੋਸੈਸਿੰਗ ਕੀਤੀ ਜਾਊਗਾ। ਸੋ ਜਿਹੜਾ ਬੈਕਲੌਗ ਆ ਉਹ ਤਾਂ ਡਿਫਰੈਂਟ ਪੱਖੋਂ ਉਹ ਕੰਮ ਕੀਤਾ ਜਾ ਰਿਹਾ। ਜਿੱਥੇ ਹੈਗਾ ਗੱਲ ਨਵੀਆਂ ਫਾਈਲਾਂ ਦੀ ਆ, ਉੱਥੇ ਇਹ ਮੋਸ਼ਨ 44 ਹੈਲਪ ਕਰੂਗਾ ਕਿ ਉਹਨਾਂ ਨੂੰ ਪ੍ਰਾਇਓਰਟਾਈਜ਼, ਕੈਟਾਗੋਰਾਈਜ਼ ਔਰ ਉਹਨਾਂ ਲਈ ਗਾਂ ਫਿਊਚਰ ਲਈ ਰਾਹ ਜਿਹੜੇ ਖੁੱਲ ਜਾਣਗੇ। ਸੋ ਇਹ ਅਗੇਨ ਬੈਕਲੌਗ ਦੇ ਵਿੱਚ ਨਹੀਂ, ਬੈਕਲੌਗ ਉਹਦਾ ਇਹਦੇ ਨਾਲ ਸ਼ਾਇਦ ਫਿੱਟ ਹੋ ਜਾਊਗਾ, ਕਿਉਂਕਿ ਜਿਹੜੇ ਲੋਕ ਵੇਟ ਕਰ ਰਹੇ ਆ ਕੋਈ ਸਿਸਟਮ ਵਿੱਚ ਆਉਣ ਉਹ ਆ ਜਾਣਗੇ, ਪਰ ਜਿਹੜੇ ਆਲਰੇਡੀ ਲਾਈਨ ਦੇ ਵਿੱਚ ਲੱਗੇ ਆ ਉਹਨਾਂ ਦਾ ਸਿਰਫ ਐਦੀ ਉਹਨਾਂ ਨੂੰ ਆਸ ਤਾਂ ਹੈਗੀ ਆ, ਉਹ ਤਾਂ ਚਲੋ 1 ਮਹੀਨਾ ਨਹੀਂ 3 ਮਹੀਨੇ 6 ਮਹੀਨੇ ਸਾਲ ਦੇ ਵਿੱਚ ਉਹਨਾਂ ਦਾ ਹੋ ਜਾਣਾ, ਉਹ ਤਾਂ ਸਿਰਫ ਸਿੰਪਲੀ ਬਿਊਰੋਕ੍ਰੈਟਿਕ ਹੈ। ਔਰ ਮੈਂ ਇੱਕ ਚੀਜ਼ ਐਕਸਪਲੇਨ ਕਰਨਾ ਚਾਹੁੰਦਾ, ਬਹੁਤ ਲੋਕਾਂ ਨੂੰ ਆਮ ਨੂੰ ਨਹੀਂ ਪਤਾ, ਕੈਨੇਡਾ ਜਦੋਂ PR ਕਰਦਾ, PR ਦੇ ਵਿੱਚ ਇਹਨਾਂ ਕੋਲ ਸੈੱਟ ਲਿਮਿਟ ਹੁੰਦੇ ਆ, ਜਿਵੇਂ 4,34,000 ਆ, ਉਹ 4,34,000 'ਚ ਵੀ ਕੈਟਾਗੋਰੀ ਇੰਨੇ ਸਪਾਊਸਲ ਸਪਾਂਸਰਸ਼ਿਪ ਆ, ਇੰਨੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਆ, ਇੰਨੇ ਇਕਨੋਮਿਕ ਆ, ਇਕਨੋਮਿਕ ਦੇ ਵਿੱਚ ਇੰਨੇ ਹਾਈ ਸਕਿਲਡ ਆ, ਇੰਨੇ ਮੀਡੀਅਮ ਸਕਿਲਡ ਹੈਗੇ ਆ, ਇੰਨੇ ਨੈਨੀਆਂ ਜਾਂ ਕੇਅਰ ਗਿਵਰ ਹੈਗੀਆਂ, ਇੰਨੇ ਰੈਫਿਊਜੀ ਹੈਗੇ ਆ, ਇੰਨੇ ਹਿਊਮੈਨਿਟੇਰੀਅਨ ਹੈਗੇ ਆ। ਸੋ ਇਹ ਸਾਰੇ ਉਹ ਕੈਟਾਗੋਰੀ 'ਚ ਵੱਧ ਗਈ ਤਾਂ ਉਹ ਨੈਕਸਟ ਸਾਲ ਤੁਹਾਡੀ ਲਾਈਨ ਚੱਲ ਜਾਂਦੀ ਆ। ਉਹ ਜਿਹੜੀ ਉਹ ਕੈਬਨਿਟ ਡਿਸੀਜਨ ਹੈ, ਕਿਉਂਕਿ ਜਿਵੇਂ ਦੱਸਿਆ ਉਹਨਾਂ ਨੂੰ ਸਰਵਿਸਿਜ਼ ਉਨੀਆਂ ਪ੍ਰੋਵਾਈਡ। ਜਿਹੜੇ ਟੈਂਪਰੇਰੀ ਫੋਰਨ ਵਰਕਰ ਹੁੰਦੇ ਆ ਉਹ ਸਟੂਡੈਂਟ ਆ, ਇਹਨਾਂ ਦੀ ਲਿਮਿਟ ਨਹੀਂ ਹੈਗੀ, ਇਹ ਤਾਂ ਜਿੰਨਾ ਮੋਰੇ ਵਰਕਰਾਂ ਨੂੰ ਲੋੜ ਆ ਉਨੇ ਆ ਸਕਦੇ ਆ, ਲੌਂਗ ਐਜ਼ ਅਨਐਮਪਲੋਇਮੈਂਟ ਰੇਟ ਵੱਧ ਨਹੀਂ ਰਿਹਾ ਉਹਦੇ ਨਾਲ। ਸੇਮ ਵਿਦ ਸਟੂਡੈਂਟ, ਲੌਂਗ ਐਜ਼ ਉਹ ਯੂਨੀਵਰਸਿਟੀ ਜਾਂ ਕਾਲਜ ਉਹਨਾਂ ਨੂੰ ਐਕਸੈਪਟ ਕਰਨ ਲਈ ਸੀਟਾਂ ਹੈਗੀਆਂ, ਉਹ ਉਹਨਾਂ ਨੂੰ ਲਿਆ ਸਕਦੇ ਆ, ਕਿਉਂਕਿ ਉਹ ਟੈਂਪਰੇਰੀ ਸਟੇਟਸ 'ਚ ਹੀ ਆ ਹਜੇ ਤੱਕ। ਕੈਨੇਡਾ ਉਹਨਾਂ ਦਾ ਜਦੋਂ ਮਰਜ਼ੀ ਬੰਦ ਤੇ ਖੋਲ੍ਹ ਸਕਦਾ। ਜਿਹੜਾ ਪਰਮਾਨੈਂਟ ਰੈਜ਼ੀਡੈਂਸ ਆ ਉਹ ਕੈਟਾਗੋਰੀ ਉਸ ਜੇ 2 ਲੱਖ ਆ ਗਏ ਫੋਰ ਐਗਜ਼ਾਮਪਲ, ਸਪਾਊਸਸ ਹੀ ਆ ਗਏ, ਤੇ ਪਰ ਉਹਨੀ ਗੁੰਜਾਇਸ਼ ਸਿਰਫ ਹੈਗੀ ਆ 1 ਲੱਖ ਦੀ ਫੈਮਿਲੀ ਦੇ ਵਿੱਚ, ਉਹ 1 ਲੱਖ ਨੇ ਪੁਸ਼ ਬੈਕ ਹੋ ਜਾਣਾ। ਪਰ ਗੋਲ ਹੁੰਦਾ ਕਿ ਸਪਾਊਸਸ ਫੋਰ ਐਗਜ਼ਾਮਪਲ 10 ਤੋਂ 12 ਮਹੀਨਿਆਂ 'ਚ ਹੋਣ, ਜਿਹੜੇ ਨੋਰਮਲ ਮੈਰਿਜ ਕਲਾਸ ਜਿਹੜਾ ਹੈਗਾ। ਸੈਕੰਡ ਵੇ ਇਕਨੋਮਿਕ ਦਾ ਹੁੰਦਾ, ਕਿਉਂਕਿ ਫੈਕਟਰੀ ਨੇ ਵੇਟ ਨਹੀਂ ਕਰਨਾ ਸਾਲ ਲਈ ਜੋ ਨਹੀਂ ਬੰਦਾ ਇਹਨੂੰ ਮੰਗਾਉਣਾ, ਉਹਨਾਂ ਨੂੰ ਰਾਈਟ ਵੇ ਚਾਹੀਦੇ ਹੁੰਦੇ ਸਕਿੱਲ, ਉਹ ਪ੍ਰਾਇੋਰਟੀ 'ਚ ਹੁੰਦੇ ਆ। ਬਾਕੀ ਰੈਫਿਊਜੀ ਫੋਰ ਐਗਜ਼ਾਮਪਲ ਭੀੜ ਟਾਈਮ 'ਤੇ ਜਲਦੀ ਗੇਵਰੀ ਕਰਨੇ ਪੈਂਦੇ ਹੁੰਦੇ, ਇਹ ਟਾਈਪ ਹਰ ਇੱਕ ਦੇ ਕੈਟਾਗੋਰੀ ਆਪਣੇ ਆਪਣੇ ਆ। ਤਾਂ ਦੂਸਰੇ ਜਿਵੇਂ ਉਹ ਟੈਂਪਰੇਰੀ ਫੋਰਨ ਵਰਕਰ ਨੂੰ ਐਪਲੀਕੇਸ਼ਨ ਲਾਈ ਆ, ਉਹਦਾ ਉਹ ਕਹਿ ਦਿੰਦੇ ਪੇਸ਼ੈਂਸ ਰਹੋ, ਤੁਹਾਡੇ ਕੋਲ ਮੈਡੀਕਲ ਹੁਣ ਹੈਗਾ, ਜੋਬ ਹੈਗੀ ਕੈਨੇਡਾ 'ਚ, ਤੁਹਾਡੀ ਲਾਈਨ 'ਚ ਕਿਊ ਲੱਗਾ 6 ਮਹੀਨੇ ਵੱਧ ਲੱਗ ਜਾਣਗੇ, ਜਿਸ ਹੈਂਗ ਟਾਈਟ ਪੇਸ਼ੈਂਟ ਤੁਸੀਂ ਕੈਨੇਡਾ ਦੇ ਵਿੱਚ ਹੀ ਆ ਔਰ ਤੁਹਾਡਾ ਆ ਜਾਣਾ ਬਾਰੀ ਜੀ। ਰਿਫਿਊਜ਼ੀਆਂ ਦੀ ਤਾਂ ਸ਼ਿਕਾਇਤ ਵੀ ਰਹਿੰਦੀ ਰਣਦੀਪ ਜੀ, ਕਹਿੰਦੇ ਅਸੀਂ ਟੈਕਸ ਵੀ ਭਰਦੇ ਹਾਂ, ਕੰਮ ਵੀ ਕਰਦੇ ਸਾਰਾ ਕੁਝ, ਫਿਰ ਵੀ ਅਸੀਂ ਕੈਟਾਗਰੀ 'ਚ ਫਿੱਟ ਕਿਉਂ ਨਹੀਂ ਆਉਂਦੇ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਫਟਾਫਟ ਦੱਸੋ ਜੀ, ਕੀ ਸਵਾਲ ਹੈ ਤੁਹਾਡਾ? ਸਾਡਾ ਸਵਾਲ ਹੈ ਜੀ, ਸਾਡੀ ਲਾਟਰੀ ਸਿਸਟਮ ਲੱਗੀ ਹੋਈ ਸੀ ਉਹ ਫੈਲ ਜੀ। ਅੱਛਾ ਜੀ। ਤੇ ਉਹ ਦੁਬਾਰਾ ਵਿੱਚ ਕੀ ਸਭ ਤੋਂ ਫਿਰ ਵੀ ਤੁਹਾਡਾ ਠੀਕ ਨਹੀਂ ਲੱਗਾ, ਦੁਬਾਰਾ ਪੇਪਰ ਵੀ ਲਾਏ ਹਨ, 6 ਮਹੀਨੇ ਹੋ ਗਏ ਵੀ ਸਾਡੇ ਵੀ ਉਹ ਨਿਕਲਣਗੇ ਜੀ ਲਾਟਰੀ। ਅੱਛਾ, ਲਾਟਰੀ ਸਿਸਟਮ PR ਠੀਕ ਹੈ ਜੀ, ਓਕੇ ਕਰਦੇ ਆ ਜੀ ਇਸ ਤੇ ਗੱਲ, ਥੈਂਕ ਯੂ।
ਹਾਂਜੀ ਮੇਰੇ ਖਿਆਲ ਨਹੀਂ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਦੀ ਜਿਹੜੀ ਲਾਟਰੀ ਹੈ ਉਹਦਾ 2020 ਦੀ ਜਿਹੜੀ ਪੂਲ ਆ ਉਹਦੇ ਵਿੱਚੋਂ 2020 ਚ ਉਹਨੇ ਐਪਲੀਕੇਸ਼ਨਾਂ ਕੱਢੀਆਂ ਸੀਗੀਆਂ 10,000 ਐਪਲੀਕੇਸ਼ਨਾਂ ਕੱਢੀਆਂ ਸੀ ਔਰ 2021 ਚ 30,000 ਕੱਢੀਆਂ ਸੀਗੀਆਂ ਐਤਕੀ ਫੇਰ ਮੇਰੇ ਖਿਆਲ 24,000 ਐਕਸਪੈਕਟੇਸ਼ਨ ਹੈਗੀ ਆ ਕਿ ਕੱਢਣਗੇ ਉਹ ਆਈ ਥਿੰਕ ਫਾਲ ਦੇ ਵਿੱਚ ਆਮ ਤੌਰ ਤੇ ਕਰਦੇ ਹੁੰਦੇ ਸੈਪਟੈਂਬਰ ਅਕਤੂਬਰ ਦੇ ਵਿੱਚ ਪਰ ਹਜੇ ਉਹਨੇ ਅਨਾਊਂਸ ਨਹੀਂ ਕੀਤਾ ਉਹਦਾ ਆਜੂਗੀ ਤਾਂ ਹਜੇ ਤੱਕ ਇਹੀ ਆਸ ਹੈ ਕਿ ਜਿਹੜਾ ਉਹ 2020 ਵਾਲਾ ਪੂਲ ਆ ਉਹਦੇ ਵਿੱਚੋਂ ਹੀ ਕੱਢਣਗੇ ਸੋ ਜਿੰਨਾ ਚਿਰ ਉਹ ਮੁੱਕਦਾ ਨਹੀਂ ਪੂਲ ਉਹਦੇ ਚ ਡਰਾ ਕਰੀ ਜਾਣਗੇ ਪਰ ਹਜੇ ਮਿਨਿਸਟਰ ਨੇ ਤੇ ਐਲਾਨ ਨਹੀਂ ਕੀਤਾ ਆਸ ਕਰਦੇ ਕਿ ਆ ਜਾਊਗਾ ਤੇ ਜਿਹਨਾਂ ਦੀ ਲਾਟਰੀ ਨਹੀਂ ਨਿਕਲੀ ਉਹਨਾਂ ਦੇ ਚਾਂਸ ਵੱਧ ਜਾਣੇ ਆ ਕਿਉਂਕਿ ਕਾਫੀ 40,000 ਪੂਲ ਚੋਂ ਨਿਕਲ ਗਈਆਂ ਐਪਲੀਕੇਸ਼ਨਾਂ ਤੇ ਜਿਹੜੇ ਬਾਕੀ ਰਹਿੰਦੇ ਆ ਉਹ ਨੈਕਸਟ ਪੂਲ ਚ ਆ ਜਾਊਗੇ ਰਿਫਿਊਜੀਆਂ ਦੀ ਸ਼ਿਕਾਇਤ ਦੀ ਗੱਲ ਹਾਂਜੀ ਸੋ ਰੈਫਿਊਜੀਜ਼ ਦੇਖੋ ਜੇ ਤੁਸੀਂ ਕਾਨੂੰਨੀ ਤੌਰ ਤੇ ਦੇਖੋ ਆਪਾਂ ਨੂੰ ਆਪਣੀ ਡਿਫਰੈਂਟ ਸਿਚੁਏਸ਼ਨ ਆਪਾਂ ਕਈ ਇਕਨੋਮਿਕ ਰੈਫਿਊਜੀਜ਼ ਹੈਗੇ ਕਿ ਜੈਨੂਇਨ ਰੈਫਿਊਜੀਜ਼ ਹੈਗੇ ਜੇ ਜੈਨੂਇਨ ਰੈਫਿਊਜੀਜ਼ ਹੈਗੇ ਆ ਉਹਨਾਂ ਦਾ ਰੈਫਿਊਜੀ ਪ੍ਰੋਗਰਾਮ ਦੇ ਵਿੱਚ ਪਾਸ ਹੋਣਾ ਚਾਹੀਦਾ ਉਹਦੇ ਲਈ ਜੁਡੀਸ਼ਰੀ ਆ ਬੋਰਡ ਆ ਜਿਹੜਾ ਪੈਨਲ ਸੁਣਦਾ ਜੇ ਉਹ ਵਾਕਿਆ ਹੁੰਦਾ ਜਿਹੜਾ ਫੇਲਡ ਰੈਫਿਊਜੀ ਪਿੱਛੇ ਜਿਹੜੇ ਪ੍ਰੋਟੈਸਟ ਹੋਏ ਉਹ ਵਿਚਾਰੇ ਸਾਰੇ ਆਇਲਟਸ ਵਾਲੇ ਸੀ ਉਹ ਕਹਿੰਦੇ ਸਾਨੂੰ ਇਹਨਾਂ ਨੇ ਇੰਨਾ ਹਾਈ ਸਕੋਰ ਕੀਤਾ ਪਰ ਸਾਡੇ ਕੋਲ ਪੂਰਾ ਨਹੀਂ ਹੁੰਦਾ ਸਿਰਫ ਉਹ ਕੈਟਾਗਰੀ ਵਾਲੇ ਸੀਗੇ ਹਾਂ ਸੋ ਉਹ ਚੀਜ਼ ਵੱਖਰੀ ਜਿਹੜੀ ਰੈਫਿਊਜੀ ਫੇਲਡ ਰੈਫਿਊਜੀਜ਼ ਹੈਗੇ ਆ ਉਹ ਬੇਸਿਕਲੀ ਹੈਗੇ ਜਿਹਨੇ ਕਲੇਮ ਕੀਤਾ ਰੈਫਿਊਜੀ ਪਾਸ ਨਹੀਂ ਹੋਏ ਉਹਨੇ ਟੈਸਟ ਜਿਹੜਾ ਕੈਨੇਡਾ ਦਾ ਹੈਗਾ ਕਿ ਰੈਫਿਊਜੀ ਹੋਣਾ ਚਾਹੀਦਾ ਉਹ ਨਹੀਂ ਹੋਏ ਇਸ ਕਰਕੇ ਉਹ ਟੈਕਨੀਕਲੀ ਕੋਈ ਕੈਟਾਗਰੀ 'ਚ ਨਹੀਂ ਹੈਗਾ ਹਾਂ ਕਈ ਕੰਟਰੀਆਂ ਉਹਨਾਂ ਨੂੰ ਵਾਪਸ ਨਹੀਂ ਪਾਸਪੋਰਟ ਦਿੰਦੀਆਂ ਕਿ ਉਹ ਕਹਿੰਦੇ ਜੇ ਤੁਸੀਂ ਰੈਫਿਊਜੀ ਕਲੇਮ ਕੀਤਾ ਅਸੀਂ ਦੇਣਾ ਨਹੀਂ ਸੋ ਉਹਨਾਂ ਵਾਸਤੇ ਕੋਈ ਫਿਗਰ ਆਊਟ ਕਰਨਾ ਪਊਗਾ ਪਰ ਉਹਨਾਂ ਦੀ ਕੋਈ ਟੈਕਨੀਕਲੀ ਆਬਲੀਗੇਸ਼ਨ ਕੈਨੇਡਾ ਲਈ ਨਹੀਂ ਹੈਗੀ ਕਿ ਅਸੀਂ ਵੀ ਤੁਹਾਨੂੰ ਫੇਲ ਕੀਤਾ ਸੀ ਤੁਹਾਡੀ ਸੁਣਾਈ ਨਹੀਂ ਕੀਤੀ ਪਰ ਉਹਨਾਂ ਲਈ ਆਸ ਹੈ ਕਿ ਕੋਈ ਨਾ ਕੋਈ ਸਾਧਨ ਖਾਸ ਕਰਕੇ ਜਿਹੜੇ ਕਾਫੀ ਚਿਰ ਦੇ ਕੰਮ ਕਰਦੇ ਆ ਰਹੇ ਆ ਇੱਥੇ ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਪੱਕੇ ਕੀਤਾ ਜਾਵੇ ਜੀ ਰਣਦੀਪ ਜੀ TWF ਔਰ ਜਿਹੜਾ ਨੌਕਸ ਪ੍ਰਕਿਰਿਆ ਕੀ ਇਹਨਾਂ ਨੂੰ ਇਨਕਲੂਡ ਕੀਤਾ ਜਾ ਸਕਦਾ ਹੈ ਹਾਂਜੀ ਸੋ ਨੌਕਸ ਜਿਹੜੇ ਹੈਗੇ ਆ ਜਿਹੜੇ ਉਹਨੂੰ CND ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਇਹ ਜਿਹੜਾ ਮੋਸ਼ਨ ਦੇ ਵਿੱਚ ਆ ਉਹ ਕੈਟਾਗੋਰੀਆਂ ਤਾਂ ਦੇ ਰੈਫਰੈਂਸ ਟ੍ਰੇਡਸ ਪ੍ਰੋਡਿਊਸ ਵਰਕਰਸ ਕੇਅਰ ਗਿਵਰਸ ਟਰੱਕ ਡਰਾਈਵਰ ਟਰਾਂਸਪੋਰਟੇਸ਼ਨ ਵਾਲੇ ਇਹ ਉਹਨਾਂ ਨੂੰ ਕੀਤਾ ਗਿਆ ਜਾ ਰਿਹਾ ਸੋ ਨੌਕਸ CND A and B ਤਾਂ ਅੱਗੇ ਉਹਨਾਂ ਦੇ ਕਾਫੀ ਪੈਥਵੇਜ਼ ਹੈਗੇ ਆ ਸੋ CND ਨੂੰ ਇਹਦੇ ਵਿੱਚ ਕੀਤਾ ਜਾ ਰਿਹਾ ਜੀ ਰਣਦੀਪ ਜੀ ਫਿਲਹਾਲ ਆਮ ਸੋ ਸੌਰੀ ਮੈਂ ਆਪਣੇ ਕਾਲਰਸ ਨੂੰ ਕਹਿਦਾ ਪਲੀਜ਼ ਮੈਂ ਕਾਲ ਪਿਕ ਨਹੀਂ ਕਰ ਪਾਣੀ ਰਣਦੀਪ ਜੀ ਕੋ ਬਹੁਤ ਘੱਟ ਸਮਾਂ ਆਪਾਂ ਇਹਨਾਂ ਨੂੰ ਫ੍ਰੀ ਕਰਨਾ ਹੈਗਾ ਰਣਦੀਪ ਜੀ ਆਖੀਰ ਦੇ ਵਿੱਚ ਬਹੁਤ ਸਾਰੇ ਲੋਕ ਖੁਸ਼ ਹੋ ਗਏ ਨੇ ਹੁਣ ਉਹ ਖੁਸ਼ ਹੋਣ ਪੇਸ਼ੈਂਸ ਰੱਖਣ ਉਦਾਸ ਹੋਣ ਇੰਤਜ਼ਾਰ ਕਰਨ ਤੁਸੀਂ ਆਪੇ ਹੀ ਦੱਸ ਦਿਓ ਵੀ ਉਹ ਕੀ ਕਰਨ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਤੇ ਸਪੈਸ਼ਲੀ ਆਖੀਰ ਦੇ ਵਿੱਚ ਪਲੀਜ਼ ਇਹ ਵੀ ਦੱਸ ਦਿਓ ਵੀ ਆ ਕੈਟਾਗਰੀਜ਼ ਜਿਹੜੀਆਂ ਇਹਨਾਂ ਲਈ ਬਹੁਤ ਚੰਗੀ ਖਬਰ ਹੈ ਇਹ ਕੈਟਾਗਰੀਜ਼ ਨੂੰ ਹਜੇ ਇੰਤਜ਼ਾਰ ਕਰਨਾ ਪਏਗਾ ਸ਼ੋਰ ਸੋ ਇਹ ਦੇਖੋ ਪਹਿਲੀ ਗੱਲ ਤਾਂ ਪੇਸ਼ੈਂਸ ਰੱਖਿਓ ਕਿਉਂਕਿ ਮਿਨਿਸਟਰ ਨੂੰ ਟਾਈਮ ਲੱਗਣਾ 3 ਤੋਂ 4 ਮਹੀਨੇ ਜਵਾਬ ਦੇਣ ਦਾ ਔਰ ਇਹ ਕੈਟਾਗੋਰੀਆਂ ਬਣਾਉਣ ਵਾਸਤੇ ਨੰਬਰ 2 ਇਹ ਕੈਟਾਗੋਰੀਆਂ ਪਰਮਨੈਂਟ ਹੋਣੀਆਂ ਸੋ ਇਹ ਸਾਰਿਆਂ ਨੂੰ ਇੱਕੋ ਦਮ ਨਹੀਂ ਰਿਜ਼ੋਲਵ ਹੋ ਜਾਣਾ ਪਰ ਇਹਨਾਂ ਨੂੰ ਐਵਰੀ ਈਅਰ ਦੇ ਵਿੱਚ ਰਿਜ਼ੋਲਵ ਕੀਤਾ ਜਾਊਗਾ ਸੋ ਸਾਧਨ ਖੁੱਲ ਜਾਣੇ ਰਾਹ ਮੂਹਰੇ ਖੋਲ੍ਹਣ ਦੇ ਔਰ ਖਾਸ ਕਰਕੇ ਨੌਕ ਕੋਡ CND ਜਿਹੜੇ ਲੋਅਰ ਸਕਿਲਡ ਪਰ ਐਸੈਂਸ਼ੀਅਲ ਹੈਗੇ ਆ ਉਹ ਕੈਟਾਗੋਰੀਆਂ ਵਾਸਤੇ ਹੈਗਾ ਔਰ ਲਾਸਟਲੀ ਇਹ ਜਿਹੜੇ ਫੇਲਡ ਰੈਫਿਊਜੀ ਆ ਜਾਂ ਕੱਚੇ ਹੈਗੇ ਆ ਜਿਹਨਾਂ ਕੋਲ ਕੋਈ ਸਟੇਟਸ ਉਹਦੇ ਵਾਸਤੇ ਨਹੀਂ ਇਹ ਮੋਸ਼ਨ ਹੈਗਾ ਉਹਦੇ ਵਾਸਤੇ ਉੱਦਾਂ ਪ੍ਰਾਈਮ ਮਿਨਿਸਟਰ ਨੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਮੈਂਡੇਟ ਲੈਟਰ ਦੇ ਵਿੱਚ ਕਿਹਾ ਕਿ ਉਹਨਾਂ ਵਾਸਤੇ ਵੀ ਅਨਡਾਕੂਮੈਂਟਡ ਲਈ ਕੋਈ ਸਾਧਨ ਲੱਭੋ ਜਿਹਨਾਂ ਨਾਲ ਉਹਨਾਂ ਨੂੰ ਵੀ ਰੈਗੂਲਰਾਈਜ਼ ਕੀਤਾ ਜਾਵੇ ਉਹ ਇੱਕ ਸੈਪਰੇਟ ਚੀਜ਼ ਆ ਉਹਦਾ ਇੰਤਜ਼ਾਰ ਕਰੋ ਤਾਂ ਹੋਪਫੁਲੀ ਸਾਲ ਦੇ ਐਂਡ ਜਦ ਆਉਣ ਵਾਲੇ ਸਾਲ ਦੇ ਵਿੱਚ ਕੋਈ ਨਾ ਕੋਈ ਕੈਟਾਗਰੀ ਦਿੱਤੀ ਜਾਊਗੀ ਪਰ ਇਨ ਦ ਮੀਨ ਟਾਈਮ ਇਹ ਬਹੁਤ ਪ੍ਰੋਮਿਸਿੰਗ ਨਿਊਜ਼ ਆ ਪਰ ਆਬਵੀਅਸਲੀ ਇਹਦੇ ਤੁਹਾਨੂੰ ਡੀਟੇਲਸ ਜਿਹੜੀਆਂ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਉਣਗੀਆਂ ਪਰ ਤੁਹਾਡੇ ਰਾਹ ਕਾਫੀ ਐਵਨਿਊਜ਼ ਖੁੱਲ੍ਹ ਜਾਣਗੇ ਤਾਂ ਕਿ ਤੁਹਾਨੂੰ ਪਤਾ ਲੱਗ ਜਾਊਗਾ ਕਿ ਜਦੋਂ ਮੈਂ ਇੱਥੇ ਕੈਨੇਡਾ ਆਇਆ ਬੇਸ਼ੱਕ ਮੈਂ ਟੈਂਪਰੇਰੀ ਫੋਰਨ ਵਰਕਰ ਆ ਮੈਂ ਪੱਕੇ ਹੋਣ ਦੇ ਵਿੱਚ ਮੇਰੇ ਕੋਲ ਆ ਕੈਟਾਗਰੀ ਹੈਗੀ ਆ ਮੈਨੂੰ ਇੰਨਾ ਟਾਈਮ ਲੱਗੂਗਾ ਉਹ ਪੁਆਇੰਟ ਰੀਚ ਕਰਨ ਵਾਸਤੇ ਸੋ ਇਹ ਹਰ ਇੱਕ ਵਾਸਤੇ ਬਹੁਤ ਗੁੱਡ ਨਿਊਜ਼ ਹੈਗੀ ਹੈ ਜਿਹੜੇ ਵੀ ਟੈਂਪਰੇਰੀ ਫੋਰਨ ਵਰਕਰਸ ਕੈਨੇਡਾ ਦੇ ਵਿੱਚ ਹੈਗੇ ਜੀ ਰਣਦੀਪ ਜੀ ਥੈਂਕ ਯੂ ਸੋ ਮਚ ਤੁਸੀਂ ਸਮਾਂ ਕੱਢ ਕੇ ਇਸ ਵੱਡੀ ਖਬਰ ਦੇ ਉੱਤੇ ਜਿਹੜੀ ਹੈ ਬਰੀਕੀ ਦੇ ਨਾਲ ਜਾਣਕਾਰੀ ਦੇਣ ਦੇ ਲਈ ਆਏ ਆਈ ਨੋ ਸਮਾਂ ਬਹੁਤ ਘੱਟ ਹੈ ਤੁਸੀਂ ਵੀ ਜਾਣਾ ਹੈ ਬਹੁਤ ਜਗ੍ਹਾ ਦੇ ਉੱਤੇ ਬਹੁਤ ਸਾਰੇ ਕਾਲਰਸ ਕਾਲ ਵੀ ਕਰਦੇ ਆ ਪਰ ਜਲਦੀ ਹੀ ਸਟੂਡੀਓ ਦੇ ਵਿੱਚ ਆਇਓ ਲੰਬੀ ਇੰਟਰਵਿਊ ਲਈ ਜਿਹਦੇ 'ਚ ਅਸੀਂ ਹੋਰ ਚੀਜ਼ਾਂ ਕਲੀਅਰ ਕਰ ਸਕੀਏ ਜ਼ਰੂਰ ਡੈਫੀਨਿਟਲੀ ਜੀ ਥੈਂਕ ਯੂ ਸੋ ਮਚ ਰਣਦੀਪ ਜੀ ਰਣਦੀਪ ਸਰਾਏ ਜੀ ਜੁੜੇ ਹੋਏ ਸੀ ਸਾਰਾ ਸਿਹਰਾ ਜਿਹੜਾ ਇਸ ਮੋਸ਼ਨ ਨੂੰ ਬਿਆਨ ਦੀ ਪ੍ਰਕਿਰਿਆ ਜਦੋਜਹਿਦ ਕਰਨ ਦਾ ਸਾਰਿਆਂ ਨੂੰ ਮਨਾਉਣ ਦਾ ਸਰਬ ਸਹਿਮਤੀ ਦੇ ਨਾਲ ਜਿਹੜਾ ਇਸ ਦੇ ਉੱਤੇ ਸਾਰਿਆਂ ਦੀ ਜਿਹੜੀ ਹੈ ਹਾਂ ਕਰਵਾਉਣ ਦਾ ਉਹ ਸਾਰਾ ਸਿਹਰਾ MP ਰਣਦੀਪ ਸਰਾਏ ਸਿਰ ਜਾਂਦਾ ਹੈ ਜਦੋਂ ਇਹ ਮੋਸ਼ਨ ਪਾਸ ਹੋ ਗਿਆ ਤਾਂ ਬਹੁਤ ਸਾਰੇ ਲੋਕ ਖੁਸ਼ ਹੋ ਗਏ ਨੇ ਔਰ ਇਸ ਮੋਸ਼ਨ ਦੇ ਵਿੱਚ ਕਾਫੀ ਹੱਦ ਤੱਕ ਇਸ ਬਿੱਲ ਦੇ ਵਿੱਚ ਜਿਹੜੇ ਟੈਂਪਰੇਰੀ ਵਰਕਰ ਨੇ ਉਹਨਾਂ ਦੇ ਲਈ ਇਹ ਵੱਡੀ ਖਬਰ ਮੰਨੀ ਜਾ ਰਹੀ ਹੈ ਕਿ ਉਹਨਾਂ ਨੂੰ ਪੱਕਾ ਜਿਹੜਾ ਉਹ ਪੱਕਾ ਕੈਟਾਗਰੀ ਦੇ ਵਿੱਚ ਆ ਗਏ ਨੇ ਤੇ ਇਹ ਜ਼ਰੂਰ ਸੀਗਾ ਵੀ
ਕਿਤੇ ਕਨਫਿਊਜ਼ਨਸ ਹੋ ਰਹੀਆਂ ਸੀ ਮੇਬੀ ਆਪਾਂ ਜੂਨ ਦੇ ਵਿੱਚ ਜੁਲਾਈ ਦੇ ਵਿੱਚ ਕੁਝ ਡਰਾ ਨਿਕਲਣ ਵਾਲੇ ਨੇ, ਉਹ ਆਪਾਂ ਉਸ ਕੈਟਾਗਰੀ ਦੇ ਵਿੱਚ ਆ ਸਕਦੇ ਹਾਂ। ਪਰ ਫਿਲਹਾਲ ਦੇ ਲਈ ਸਾਰਿਆਂ ਨੂੰ ਪੇਸ਼ੈਂਸ ਲੈਵਲ ਜਿਹੜਾ ਆਪਣਾ ਵਧਾਉਣਾ ਪੈਣਾ ਹੈ, ਕਿਉਂਕਿ ਜਲਦੀ ਹੀ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਕੁਝ ਅਨਾਉਂਸਮੈਂਟਸ ਕੀਤੀਆਂ ਜਾਣਗੀਆਂ ਜਿਹਦੇ ਵਿੱਚ ਉਹ ਕੈਟਾਗਰੀਜ਼ ਜਿਹੜੀਆਂ ਨੇ ਉਹਨਾਂ ਨੂੰ ਸਪੈਸੀਫਿਕਲੀ ਦੱਸਣਗੇ ਔਰ ਖਾਸ ਤੌਰ ਦੇ ਉੱਤੇ ਪ੍ਰੋਗਰਾਮ ਕੰਮ ਕਿਵੇਂ ਕਰੇਗਾ। ਇਸ ਬਿੱਲ ਦੇ ਮੁਤਾਬਕ ਉਹ ਸਾਰਾ ਖਾਕਾ ਜਲਦੀ ਹੀ ਆਪਣੇ ਕੋਲ ਆ ਜਾਏਗਾ ਕਿ ਕਿਵੇਂ ਕਿ ਲੋਕ ਜਿਹੜੇ ਨੇ ਪੱਕੇ ਹੋਣੇ ਨੇ, ਕਿਹੜੀਆਂ ਕੈਟਾਗਰੀਜ਼ ਪਹਿਲਾਂ ਚੱਕੀਆਂ ਜਾਣਗੀਆਂ, ਜਿਹੜੀ ਖਾਸ ਕਰਕੇ ਆਇਲਸ ਤੇ ਹੈ ਜਾਂ ਹੋਰ ਪੁਆਇੰਟ ਜਿੱਥੋਂ ਆਪਣੇ ਘਟਦੇ ਨੇ ਉਹ ਕਿਵੇਂ ਪੂਰੇ ਕਰਨੇ ਆ। ਤੇ ਜੇ ਆਇਲਸ ਨਹੀਂ ਕੋਈ ਕਰ ਪਾ ਰਿਹਾ, ਜ਼ਿਆਦਾ ਹਾਈ ਪੁਆਇੰਟਸ ਹੈ 6 ਹੈ 7 ਹੈ 8 ਹੈ 9 ਹੈ, ਕੋਈ ਨਹੀਂ ਲੈ ਪਾ ਰਿਹਾ, ਤਾਂ ਉਹਨਾਂ ਨੂੰ ਉਸ ਰਿਕੁਆਇਰਮੈਂਟ ਦੇ ਵਿੱਚ ਜਿਹੜੀ PR ਦੀ ਫਾਈਲ ਹੈ ਉਸ ਰਿਕੁਆਇਰਮੈਂਟ ਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਦੇਖ ਕੇ ਉਹਨਾਂ ਦਾ ਵਰਕ ਐਕਸਪੀਰੀਅੰਸ, ਉਹ ਕਿਹੜੇ ਇੱਥੇ ਹਾਈ ਸਕੇਲ ਦੇ ਵਿੱਚ ਆਉਂਦੇ ਨੇ ਜਾਂ ਕਿਹੜੀ ਕੈਟਾਗਰੀ ਦੀ ਜੌਬ ਦੇ ਵਿੱਚ ਆਉਂਦੇ ਨੇ, ਉਹ ਸਾਰੀਆਂ ਕੈਟਾਗਰੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਸਭ ਦੀਆਂ ਫਾਈਲਾਂ ਜਿਹੜੀਆਂ ਚੱਕੀਆਂ ਜਾਣਗੀਆਂ। ਸੋ ਇੱਕ ਚੰਗੀ ਖਬਰ ਤਾਂ ਜ਼ਰੂਰ ਹੈ ਕਿ ਜਿੰਨੇ ਟੈਂਪਰੇਰੀ ਵਰਕਰਸ ਹੈਗੇ ਨੇ ਉਹ ਜਿਹੜੇ ਇਸ ਪੱਕੇ ਹੋਣ ਦੀ ਕੈਟਾਗਰੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਸਮਾਂ ਜਿਹੜਾ ਜ਼ਰੂਰ ਲੱਗੇਗਾ ਪਰ ਪੱਕੇ ਸਾਰੇ ਹੋ ਜਾਣਗੇ। ਇਸ ਸੰਬੰਧੀ ਕੋਈ ਵੀ ਤੁਹਾਡੇ ਸਵਾਲ ਹੈ, ਪਲੀਜ਼ ਤੁਸੀਂ ਚੈਨਲ ਪੰਜਾਬੀ ਦੀ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਇਹ ਇੰਟਰਵਿਊ ਵੀ ਉੱਥੇ ਪਈ ਹੈ, ਅਦਰਵਾਈਜ਼ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਕਿ ਤੁਹਾਡੇ ਕੋਈ ਸਵਾਲ ਹੈ ਤੁਸੀਂ ਕਰਨਾ ਚਾਹੁੰਦੇ ਹੋ। ਔਰ ਮੈਂ ਪਲੀਜ਼ ਉਹ ਜਿਹੜੇ ਕਾਲਰਸ ਨੇ, ਆਈ ਐਮ ਸੋ ਸੌਰੀ, ਬਹੁਤ ਸਾਰੇ ਕਾਲਰਸ ਕਾਲ ਕਰ ਰਹੇ ਸੀਗੇ ਪਰ ਅੱਜ ਰਣਦੀਪ ਸਰਾਏ ਜੀ ਕੋਲ ਸਮਾਂ ਬਹੁਤ ਘੱਟ ਸੀ, ਆਪਾਂ ਬਹੁਤ ਸਾਰੇ ਕਾਲਰਸ ਦੀ ਕਾਲ ਜਿਹੜੀ ਹੈ ਉਹ ਲੈ ਨਹੀਂ ਪਾਏ। ਸੋ ਅੱਗੇ ਫਿਰ ਇੰਟਰਵਿਊ ਦੇ ਵਿੱਚ ਮਿਲਾਂਗੇ ਇਸ ਟੌਪਿਕ ਨੂੰ ਲੈ ਕੇ, ਅੱਗੇ ਹੋਰ ਕੀ ਕੁਝ ਖਾਕਾ ਤਿਆਰ ਕੀਤਾ ਜਾ ਰਿਹਾ, ਕੀ ਜਿਹੜੀ ਹੈ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਸੰਬੰਧੀ, ਔਰ ਬਾਕੀ ਜਿਹੜੇ ਕੇਸਿਸ ਨੇ ਜਿਹੜੇ ਕਿ ਇਸ ਬਿੱਲ ਤੋਂ ਲਹਿਦਾ ਨੇ ਪਰ ਉਹਨਾਂ ਸੰਬੰਧੀ ਆਪਾਂ ਨੂੰ ਕਾਫੀ ਸਮੇਂ ਤੋਂ ਕੋਈ ਜਾਣਕਾਰੀ ਨਹੀਂ ਮਿਲ ਰਹੀ, ਉਹ ਸਾਰੀ ਜਿਹੜੀ ਹੈ ਸੰਬੰਧੀ ਜਲਦੀ ਹੀ ਆਪਾਂ MP ਰਣਦੀਪ ਸਰਾਏ ਜੀ ਨਾਲ ਜ਼ਰੂਰ ਗੱਲਬਾਤ ਕਰਾਂਗੇ, ਉਹਨਾਂ ਦੀ ਇੰਟਰਵਿਊ ਕਰਾਂਗੇ ਜਿਹਦੇ ਵਿੱਚ ਸਾਰੇ ਕਾਲਰਸ ਦੀ ਕਾਲ ਵੀ ਹੈ ਜ਼ਰੂਰ ਲਵਾਂਗੇ। ਇਜਾਜ਼ਤ ਦਿਓ ਜੀ, ਫਿਰ ਮਿਲਦੇ ਹਾਂ ਦ ਮਾਰਨਿੰਗ ਸ਼ੋਅ ਦੇ ਵਿੱਚ। ਵੀਕਐਂਡ ਸਾਰਿਆਂ ਦਾ ਬਹੁਤ ਵਧੀਆ ਨਿਕਲੇ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।